ਪਗ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮੈਂ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ। ਹਾਂਜੀ। ਦੋਹਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਬ ਸ਼੍ਰੀ ਗੁਰ ਅੰਗਦ ਨਿਕਟ ਸਿੱਖ ਭਏ ਜੋ ਆਏ ਕਹੋ ਕਥਾ ਨਿਰਧਾਰ ਕਰ ਸੁਨਹੁ ਸੰਤ ਚਿਤ ਲਾਏ। ਅਬ ਸ਼੍ਰੀ ਗੁਰ ਅੰਗਦ ਨਿਕਟ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੁਖ ਨਿਧਾਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਹਾਜ਼ਰੀ ਦੇ ਵਿੱਚ ਸੁਭਾਏਮਾਨ ਸੰਗਤ ਜੀ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਪਣੇ ਤੇ ਕਿਰਪਾ ਹੋਈ ਹੈ, ਬਖਸ਼ਿਸ਼ ਹੋਈ ਹੈ। ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਮਹਾਨ ਪਵਿੱਤਰ ਜਸ ਕਥਾ ਵਾਰਤਾ ਸੁਣਨ ਦਾ ਮੌਕਾ ਪ੍ਰਾਪਤ ਹੋਇਆ। ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਪਿਛਲੇ ਦਿਨੀ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਬੇਪਰਵਾਹ ਨੇ, ਕੋਈ ਮਨ ਵਿੱਚ ਵੈਰ ਨਹੀਂ ਹੈ, ਕੋਈ ਮਨ ਵਿੱਚ ਮੋਹ ਨਹੀਂ ਕਿਸੇ ਚੀਜ਼ ਨਾਲ। ਕਿਵੇਂ ਹਿਮਾਯੂ ਬਾਦਸ਼ਾਹ ਹਾਰ ਗਿਆ ਜੀ ਸਲੇਮ ਸ਼ਾਹ ਤੇ ਸੂਰੀ ਸ਼ਾਹ ਤੋਂ, ਸ਼ੇਰ ਸ਼ਾਹ ਸੂਰੀ ਤੋਂ। ਉਹ ਕਿਵੇਂ ਹਾਰਿਆ ਜੀ, ਤੇ ਹਾਰ ਕੇ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਆਇਆ। ਮਹਾਰਾਜ ਉਸ ਸਮੇਂ ਬਾਲਕਾਂ ਨੂੰ ਗੁਰਮੁਖੀ ਦੀ ਵਿੱਦਿਆ ਪੜ੍ਹਾ ਰਹੇ ਸਨ ਤੇ ਉਹ ਖਲੋਤਾ ਖਲੋਤਾ ਉੱਥੇ ਤੰਗ ਜਿਹਾ ਹੋ ਗਿਆ। ਹੰਕਾਰ ਸੀ ਮਨ ਵਿੱਚ। ਸਤਿਗੁਰੂ ਜੀ ਨੂੰ ਮਾਰਨ ਵਾਸਤੇ ਜਦੋਂ ਤਲਵਾਰ ਨੂੰ ਹੱਥ ਪਾਇਆ ਤੇ ਹੱਥ ਹੀ ਜੁੜ ਗਿਆ ਤੇ ਤਲਵਾਰ ਵੀ ਜੁੜ ਗਈ ਜੀ। ਤਲਵਾਰ ਮਿਆਨ ਚੋਂ ਨਾ ਨਿਕਲੇ ਤੇ ਹੱਥ ਮੁੱਠ ਤੋਂ ਨਾ ਹਿੱਲੇ ਜੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਉਹਦੇ ਵੱਲ ਵੇਖਿਆ ਜੀ। ਸ਼ੇਰ ਸਾਹ ਸੋਂ ਕਛ ਨਾ ਬਸਾਇਓ ਖੜਗ ਹਤਨ ਹਮ ਪਰ ਚੱਲ ਆਇਓ। ਮਹਾਰਾਜ ਨੇ ਕਿਹਾ ਸ਼ੇਰ ਸ਼ਾਹ ਤੇ ਕੋਈ ਗੱਲ ਨਹੀਂ ਚੱਲੀ ਤੇ ਸਾਡੇ ਤੇ ਆ ਕੇ ਤਲਵਾਰ ਚਲਾਉਂਦੇ ਆ। ਇਸ ਗੱਲੋਂ ਇਹ ਵੀ ਬੜੀ ਵੱਡੀ ਗੱਲ ਚ ਵੀ ਪੂਰਨ ਗੁਰੂ ਸਮਰੱਥ ਗੁਰੂ ਜੀ ਦੀ ਰਸਨਾ ਤੇ ਸ਼ੇਰ ਸ਼ਾਹ ਦਾ ਨਾਮ ਆ ਗਿਆ ਜੀ। ਹਾਂਜੀ, ਇਹਦੇ ਵਿੱਚ ਵੀ ਸ਼ੇਰ ਸ਼ਾਹ ਦਾ ਭਲਾ ਹੀ ਹੋਇਆ ਹੋਏਗਾ ਜੀ। ਗੁਰ ਰਸਨਾ ਅੰਮ੍ਰਿਤ ਬੋਲਦੀ। ਮਹਾਰਾਜ ਜੀ ਦੀ ਰਸਨਾ ਜਿਹੜੀ ਹਰ ਸਮੇਂ ਅੰਮ੍ਰਿਤ ਰੂਪ ਬਚਨ ਕੱਢਦੀ ਹੈ। ਸਤਿਗੁਰੂ ਜੀ ਦੀ ਰਸਨਾ ਤੇ ਕਿਸੇ ਦਾ ਨਾਮ ਵੀ ਆ ਜੇ ਬੜੀ ਵੱਡੀ ਗੱਲ ਹੈ ਜੀ। ਸ਼ੇਰ ਸ਼ਾਹ ਨਾਮ ਮਹਾਰਾਜ ਨੇ ਲਿਆ। ਮਹਾਰਾਜ ਕਹਿਣ ਲੱਗੇ ਹਿਮਾਯੂ ਨੂੰ ਉੱਥੋਂ ਤੇ ਤੂੰ ਭੱਜ ਕੇ ਆ ਗਿਆ, ਸਾਨੂੰ ਆ ਕੇ ਬਹਾਦਰੀ ਵਿਖਾਉਣ ਲੱਗਾ। ਤੇ ਫਿਰ ਉਹ ਕਹਿੰਦਾ ਮਹਾਰਾਜ ਮੈਨੂੰ ਮਾਫ ਕਰ ਦਿਓ। ਮਹਾਰਾਜ ਕਹਿੰਦੇ ਜੇ ਤੂੰ ਖਲੋਤਾ ਰਹਿਣਾ ਤੇ ਤੈਨੂੰ ਹੁਣੇ ਰਾਜ ਦੇ ਦੇਣਾ ਸੀਗਾ ਸਮਰੱਥ ਨੇ ਨਾ, ਪਰ ਤੂੰ ਧੀਰਜ ਨਹੀਂ ਰੱਖਿਆ। ਜਾਂ ਹੁਣ ਇੱਕ ਵਾਰੀ ਵਲਾਇਤ ਹੋ ਕੇ ਆ ਤੇ ਫਿਰ ਆ ਕੇ ਹਮਲਾ ਕਰੀ, ਜਿੱਤ ਜਾਏਗਾ। ਉਸੇ ਤਰ੍ਹਾਂ ਹੋਇਆ ਜੀ। ਉਹ ਫਿਰ ਵਲਾਇਤ ਚਲੇ ਗਿਆ। ਉਹਨੇ ਸਮਾਂ ਪਾ ਕੇ ਆ ਕੇ ਹਮਲਾ ਕੀਤਾ ਤੇ ਉਹਦੀ ਜਿੱਤ ਹੋ ਗਈ ਜੀ। ਇਹ ਤੁਸੀਂ ਕਥਾ ਸਰਵਣ ਕੀਤੀ ਸੀ। ਹੁਣ ਸੰਗਤ ਜੀ ਆਪਾਂ ਅੱਗੋਂ ਕਥਾ ਇਤਿਹਾਸ ਮਹਾਰਾਜ ਦਾ ਸਰਵਣ ਕਰੀਏ।
ਧਰੋ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਤੇ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਅਬ ਸ਼੍ਰੀ ਗੁਰ ਅੰਗਦ ਨਿਕਟ ਸਿੱਖ ਭਏ ਜੋ ਆਏ। ਹੁਣ ਅੱਗੋਂ ਜਿਹੜੇ ਜਿਹੜੇ ਸਿੱਖ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਕੋਲ ਆਏ ਚੱਲ ਕੇ ਬਖਸ਼ਿਸ਼ਾਂ ਲਈਆਂ। ਕਹੋ ਕਥਾ ਨਿਰਧਾਰ ਕਰ ਸੁਨਹੁ ਸੰਤ ਚਿਤ ਲਾਏ। ਕਵੀ ਜੀ ਲਿਖਦੇ ਆ ਕਹਿੰਦੇ ਹੇ ਸੰਤੋ ਹੁਣ ਮੈਂ ਉਹਨਾਂ ਦੀ ਕਥਾ ਕਹਾਂਗਾ। ਸੰਤੋ ਮਹਾਂਪੁਰਸ਼ੋ ਚਿੱਤ ਲਾ ਕੇ ਕਥਾ ਸੁਣੋ। ਵੇਖੋ ਕਮਾਲ ਦੀ ਗੱਲ, ਜਿਹੜਾ ਆਪ ਸੰਤ ਹੈ ਉਹਨੂੰ ਸਾਰੇ ਸੰਤ ਹੀ ਲੱਗਦੇ ਆ। ਕਹਿੰਦੇ ਸਾਰੀ ਸੰਗਤ ਸੰਤ ਹੀ ਹੈ ਮਹਾਰਾਜ ਦੀ। ਸਾਰੇ ਕਥਾ ਸੁਣੋ ਪ੍ਰੇਮ ਨਾਲ ਮਹਾਰਾਜ ਦੇ ਸਿੱਖਾਂ ਦੀ। ਹਾਂਜੀ। ਚਉਪਈ ਸੇਵਕ ਰਹਿ ਪਾਸ ਇੱਕ ਜੀਵਾ। ਮਹਾਰਾਜ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਇੱਕ ਸੇਵਕ ਪੱਕੇ ਤੌਰ ਤੇ ਰਹਿੰਦਾ ਸੀਗਾ ਜੀ। ਉਸ ਗੁਰੂ ਸਾਹਿਬ ਜੀ ਦੇ ਪਿਆਰੇ ਦਾ ਨਾਮ ਸੀ ਭਾਈ ਜੀਵਾ ਜੀ। ਹਾਂਜੀ। ਸੇਵਹਿ ਸ਼ਰਦਾ ਧਰੇ ਸਦੀਵਾ। ਭਾਈ ਜੀਵਾ ਜੀ ਦੀ ਸ਼ਰਧਾ ਬੜੀ ਮਹਾਰਾਜ ਤੇ, ਸ਼ਰਧਾ ਬੜੀ ਜੀ, ਭਰੋਸਾ ਬੜਾ, ਭਾਵਨਾ ਬੜੀ ਹੈ ਤੇ ਸ਼ਰਧਾ ਬਹੁਤ ਹੋਣ ਕਰਕੇ ਉਹ ਪਿਆਰ ਨਾਲ ਸੇਵਾ ਕਰਦੇ ਆ। ਸੰਗਤ ਜੀ ਇਹ ਗੁਰੂ ਸਾਹਿਬ ਦੀਆਂ ਦਾਤਾਂ ਨੇ ਜੀ। ਸ਼ਰਧਾ ਹੋਣੀ ਫਿਰ ਪਿਆਰ ਨਾਲ ਸੇਵਾ ਕਰਨੀ ਜੀ। ਹਾਂਜੀ। ਦਦ ਸੋ ਖਿਚਰੀ ਕਰ ਕੈ ਤਿਆਰ। ਤੇ ਹਰ ਰੋਜ਼ ਦਹੀਂ ਤੇ ਖਿਚੜੀ ਤਿਆਰ ਕਰਨੀ ਹੁੰਦੀ ਸੀ ਉਹਨਾਂ ਨੇ ਜੀ। ਹਾਂਜੀ। ਲਿਆਏ ਅਚਾਵਤ ਅਪਰ ਆਹਾਰ। ਦਹੀਂ ਤੇ ਖਿਚੜੀ ਤਿਆਰ ਕਰਕੇ ਮਹਾਰਾਜ ਗਰੀਬ ਨਵਾਜ ਜੀ ਵਾਸਤੇ ਲੈ ਕੇ ਆਉਣੀ, ਪ੍ਰਸ਼ਾਦਾ ਛਕਾਉਣਾ ਮਹਾਰਾਜ ਨੂੰ। ਇਹਦਾ ਭੋਜਨ ਛਕਾਉਂਦੇ ਸਨ ਜੀ। ਭੋਜਨ ਸਤੋ ਗੁਣੀ ਹੋਵੇ ਤੇ ਬੰਦੇ ਦਾ ਮਨ ਭਜਨ ਵਿੱਚ ਜੁੜਿਆ ਰਹਿੰਦਾ ਜੀ। ਹਾਂਜੀ। ਇੱਕ ਦਿਨ ਘਟੀ 4 ਦਿਨ ਰਹਿਓ। ਤੇ ਇੱਕ ਦਿਨ ਸੰਗਤ ਜੀ 4 ਘੜੀਆਂ ਦਿਨ ਰਹਿ ਗਿਆ ਜੀ। ਹਾਂਜੀ। ਗੁਰ ਸੋ ਹਾਥ ਜੋਰ ਬਚ ਕਹਿਓ। ਤੇ ਭਾਈ ਜੀਵਾ ਜੀ ਨੇ ਜਿਨ੍ਹਾਂ ਦੇ ਮਨ 'ਚ ਬੜੀ ਸ਼ਰਧਾ ਹੈ, ਬੜਾ ਪਿਆਰ ਹੈ, ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ। ਆਜ ਚਲਤ ਹੈ ਬਾਇਓ ਅੰਧੇਰੀ। ਮਹਾਰਾਜ ਅੱਜ ਹਨੇਰੀ ਬੜੀ ਚੱਲ ਰਹੀ ਹੈ। ਇੱਕ ਤੇ ਹਵਾ ਹੁੰਦੀ ਹੈ ਨਾ ਜੀ, ਇੱਕ ਹੈ ਹਨੇਰੀ। ਆਜ ਚਲਤ ਹੈ ਬਾਇਓ ਅੰਧੇਰੀ। ਮਹਾਰਾਜ ਅੱਜ ਤੇ ਹਨੇਰੀ ਵਗ ਰਹੀ ਹੈ। ਹਾਂਜੀ। ਹਟਹਿ ਨਹੀਂ ਨਿਰਨੇ ਕਰ ਹੇਰੀ। ਮਹਾਰਾਜ ਮੈਂ ਬੜੇ ਚਿਰ ਦਾ ਹਿਸਾਬ ਲਾਉਨੇ ਆ, ਹਨੇਰੀ ਹਟ ਹੀ ਨਹੀਂ ਰਹੀ, ਹਟ ਹੀ ਨਹੀਂ ਰਹੀ। ਹਾਂਜੀ। ਵੱਡੀ ਨਿਸ਼ਾ ਬੀਤੇ ਹਟ ਜਾਏ। ਵੱਡੀ ਰਾਤ ਬੀਤਣ ਤੋਂ ਬਾਅਦ ਹਟੇਗੀ ਲੱਗਦਾ। ਕੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਪਹਿਲਾਂ ਅੰਦਾਜ਼ਾ ਲਾ ਲੈਂਦੇ ਸੀ ਸਿਆਣੇ ਪੁਰਸ਼ ਸੀ ਨਾ ਜਿਹੜੇ। ਹਾਂਜੀ। ਅਬ ਤਉ ਬਹਿਤ ਮਹਾਰਾਜ ਛਾਏ। ਤੇ ਮਹਾਰਾਜ ਫਿਲਹਾਲ ਤੇ ਮਿੱਟੀ ਮਿੱਟੀ ਹੈ ਤੇ ਹੋ ਸਕਦਾ ਕੱਲ ਨੂੰ ਹਟੇ। ਪੁਰਾਣੇ ਲੋਕ ਅੰਦਾਜ਼ਾ ਲਾ ਲੈਂਦੇ ਸਨ। ਮੈਂ ਮਹਾਂਪੁਰਖਾਂ ਦੇ ਕੋਲ ਬੈਠਾ ਤੇ ਸਵੇਰੇ ਅੰਮ੍ਰਿਤ ਵੇਲੇ ਦੀ ਗੱਲ ਜੀ, ਘੱਟੋ ਘੱਟ ਨਹੀਂ ਇਹ 2:15 ਵਜੇ ਦੀ ਬਾਤ ਹੋਏਗੀ। ਇੱਕਦਮ ਮੋਟੀਆਂ ਮੋਟੀਆਂ ਬੂੰਦਾਂ ਧਰਤੀ ਤੇ ਡਿੱਗਣ ਲੱਗੀਆਂ ਜੀ। ਮੈਨੂੰ ਵੇਖ ਕੇ ਕਹਿੰਦੇ ਗਿਆਨੀ ਜੀ ਹੁਣ ਨਾ ਗੜਿਆਂ ਵਾਲਾ ਮੀਂਹ ਪਏਗਾ। ਤੋ ਵਾਕਈ ਸੱਚੀ ਗੱਲ ਹੋਈ ਜੀ। ਮਿੰਟ 5 ਨਹੀਂ ਹੋਏ ਜੀ ਤੇ ਗੜੇ ਵਰਨ ਲੱਗ ਪਏ ਤੇ ਸਾਨੂੰ ਚੁੱਕ ਕੇ ਆਪਣੇ ਆਪਣੇ ਆਸਣ ਜਿਹੜੇ ਸੀਗੇ ਨਾ ਜੀ, ਕੁਰਸੀਆਂ, ਮੇਜ਼, ਮੰਜੇ ਸਾਰੇ ਚੁੱਕ ਕੇ ਪਰਾਂ ਕਰਨੇ ਪਏ ਜੀ। ਅੰਦਾਜ਼ਾ ਜੀ ਭਾਈ ਜੀਵਾ ਜੀ ਨੇ ਅੰਦਾਜ਼ਾ ਲਾ ਕੇ ਦੱਸਿਆ ਵੀ ਮਹਾਰਾਜ ਹਨੇਰੀ ਤੇ ਅਜੇ ਹਟਣੀ ਨਹੀਂ ਹੈ। ਹਾਂਜੀ। ਬਾਕ ਆਪ ਕੋ ਹੋਵੇ ਜਬੈ। ਹਟ ਸਕਦੀ ਹੈ ਮਹਾਰਾਜ, ਤੁਸੀਂ ਕਹਿ ਦਿਓ, ਤੁਹਾਡਾ ਬਚਨ ਹੋ ਜੇ ਨਾ। ਹਾਂਜੀ। ਮਿਟਹਿ ਅੰਧੇਰੀ ਰਜ ਸੋ ਸਭੈ। ਤੇ ਮਹਾਰਾਜ ਹਨੇਰੀ ਹੁਣੇ ਹੀ ਮਿਟ ਜਾਏਗੀ, ਉਂਝ ਨਹੀਂ ਮਿਟਣੀ। ਆਪ ਮੇਟ ਸਕਦੇ ਹੋ ਮਹਾਰਾਜ।
ਹਾਂਜੀ। ਕਰ ਲੇਵੋ ਮੈਂ ਤੁਰਤ ਆਹਾਰਾ। ਮਹਾਰਾਜ ਕਹਿੰਦੇ ਭਾਈ ਕੀ ਗੱਲ? ਤੇ ਭਾਈ ਜੋਧ ਵਾਹਿਗੁਰੂ ਭਾਈ ਜੀਵਾ ਜੀ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਮਹਾਰਾਜ ਮੈਂ ਖਿਚੜੀ ਤਿਆਰ ਕਰਨੀ ਤੁਹਾਡੇ ਵਾਸਤੇ, ਪ੍ਰਸ਼ਾਦਾ ਤਿਆਰ ਕਰਨਾ, ਭੋਜਨ ਤਿਆਰ ਕਰਨਾ, ਤੇ ਵੇਖੋ ਜੇ ਹਵਾ ਚੱਲਦੀ ਰਹੀ ਤੇ ਮਿੱਟੀ ਵਿੱਚ ਪਏਗੀ। ਹਾਂਜੀ। ਤੁਮਹੇ ਅਚਾਵੋ ਬਿਬਦ ਪ੍ਰਕਾਰਾ। ਹਨੇਰੀ ਰੋਕ ਦਿਓ ਤੇ ਮੈਂ ਆਪ ਜੀ ਨੂੰ ਫਿਰ ਪ੍ਰਸ਼ਾਦਾ ਛਕਾਵਾਂ। ਬਾਹਰੋ ਚਲੇ ਜਥਾ ਅਬ ਅਹੈ। ਫਿਰ ਮਹਾਰਾਜ ਮੁੜ ਫਿਰ ਚਲਾ ਦਿਓ, ਪ੍ਰਸ਼ਾਦਾ ਤਿਆਰ ਕਰਨ ਵਾਸਤੇ ਹਨੇਰੀ ਰੋਕ ਦਿਓ। ਸ਼੍ਰੀ ਅੰਗਦ ਸੁਨ ਤਿਸ ਤੇ ਤੇ ਕਹੈ। ਮਹਾਰਾਜ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਉਸ ਨੂੰ ਕਹਿਣ ਲੱਗੇ, ਹਾਂਜੀ, ਐਸੋ ਨਹੀਂ ਮਨੋਰਥ ਕਹੀਐ ਕਰੀਐ ਹੈ। ਮਹਾਰਾਜ ਕਹਿੰਦੇ ਨਾ ਨਾ ਨਾ, ਇਹ ਮਨੋਰਥ ਨਹੀਂ ਕਰਨਾ, ਇਹ ਇੱਛਾ ਨਹੀਂ ਮਨ 'ਚ ਰੱਖਣੀ ਵੀ ਅਸੀਂ ਹਨੇਰੀ ਰੋਕੀਏ। ਹਾਂਜੀ। ਜਿਸ ਤੇ ਮਹਾ ਦੋਸ਼ ਸਿਰ ਧਰਿਐ ਹੈ। ਐਸਾ ਮਨੋਰਥ ਕਦੀ ਨਾ ਹਿਰਦੇ ਵਿੱਚ ਧਾਰਨ ਕਰੋ ਜਿਹਨੂੰ ਧਾਰਨ ਕਰਨ ਨਾਲ ਦੋਸ਼ ਲੱਗੇ। ਇੱਕ ਤੇ ਦੋਸ਼ ਹੁੰਦਾ, ਪਰ ਸਤਿਗੁਰਾਂ ਨੇ ਮਹਾ ਦੋਸ਼ ਆਖਿਆ। ਸੰਗਤ ਜੀ ਗੱਜ ਕੇ ਆਖੋ ਵਾਹਿਗੁਰੂ। ਰੱਬ ਦੇ ਹੁਕਮ ਵਿੱਚ ਦਖਲ ਅੰਦਾਜ਼ੀ ਦੇਣੀ ਮਹਾ ਦੋਸ਼ ਹੈ ਜੀ, ਬੜੀ ਵੱਡੀ ਗਲਤੀ ਹੈ। ਹਾਂਜੀ। ਪਰਮੇਸ਼ਰ ਜੋ ਬਾਜੂ ਬਹਾਈ। ਹੁਣ ਇਹ ਜੋ ਹੋ ਰਿਹਾ ਨਾ, ਰੱਬੀ ਪੁਰਸ਼ਾਂ ਨੂੰ ਪਤਾ ਜੀ। ਹੁਣ ਆਹ ਕਰੋਨਾ ਚੱਲਿਆ ਜੀ, ਲੋਕਾਂ ਨੇ ਬੜਾ ਕੁਝ ਆਖਿਆ ਜੀ, ਪਰ ਰੱਬ ਦੇ ਪਿਆਰੇ ਜਿਹੜੇ ਵਾਕਈ ਰੱਬ ਦੇ ਪਿਆਰੇ ਨਾ ਜੀ, ਉਹਨਾਂ ਨਹੀਂ ਇਹਨੂੰ ਗਲਤ ਆਖਿਆ। ਉਹ ਕਹਿੰਦੇ ਸਭ ਹੁਕਮ 'ਚ ਹੈ। ਜੋ ਵਾਹਿਗੁਰੂ ਜੀ ਕਰ ਰਹੇ ਹੈ ਸਾਡੇ ਭਲੇ ਵਾਸਤੇ ਕਰ ਰਹੇ ਹੈ। ਮਹਾਰਾਜ ਭਾਈ ਜੀਵਾ ਜੀ ਨੂੰ ਦੱਸ ਰਹੇ ਸਾਰੀ ਗੱਲ। ਮਹਾਰਾਜ ਕਹਿੰਦੇ ਜੋ ਵਾਹਿਗੁਰੂ ਨੇ ਹਨੇਰੀ ਚਲਾਈ ਹੈ, ਹਵਾ ਚਲਾਈ ਹੈ ਇੰਨੀ ਤੇਜ਼, ਹਾਂਜੀ, ਇਸ ਤੇ ਬਹੁ ਕਾਰਜ ਨਿਭਾਈ। ਮਹਾਰਾਜ ਕਹਿੰਦੇ ਇਹਦੇ ਨਾਲ ਬੜੇ ਕਾਰਜ ਸਿਰੇ ਚੜ੍ਹਨੇ ਹੈ, ਬੜੇ ਕੰਮ ਮੇਰੇ ਨਾਲ ਸਿਰੇ ਚੜ੍ਹਨੇ ਹੈ। ਹਾਂਜੀ। ਸਰਤਾ ਪਤ ਮਹਿ ਅਨਕ ਜਹਾਜ। ਮਹਾਰਾਜ ਕਹਿੰਦੇ ਉਹ ਸੁਣ ਲਓ, ਸਰਤਾ ਪਤ ਸਮੁੰਦਰ ਦੇ ਵਿੱਚ ਇਸ ਸਮੇਂ ਜਹਾਜ਼ ਚੱਲ ਰਹੇ ਅਨੇਕਾਂ ਹੀ। ਹਾਂਜੀ। ਨਰਨ ਹਜ਼ਾਰਾਂ ਲਾਦ ਸਮਾਜ। ਉਹਨਾਂ ਜਹਾਜ਼ਾਂ ਵਿੱਚ ਹਜ਼ਾਰਾਂ ਮਨੁੱਖ ਪਾਰ ਜਾਣ ਵਾਸਤੇ ਬੈਠੇ ਹੈ। ਸਾਜੋ ਸਮਾਨ ਵੀ ਬੜਾ ਹੈ ਜਹਾਜ਼ਾਂ ਦੇ ਵਿੱਚ। ਹਾਂਜੀ। ਬਹੁ ਵਿਵਹਾਰ ਕਰੇ ਹਿਤ ਰੋਜੀ। ਉਹ ਵਪਾਰ ਕਰਦੇ ਹੈ ਰੋਜੀ ਰੋਟੀ ਕਮਾਉਣ ਵਾਸਤੇ। ਇੱਧਰੋਂ ਸਮਾਨ ਉੱਧਰ ਲੈ ਗਏ, ਉੱਧਰੋਂ ਇੱਧਰ ਲੈ ਆਏ। ਹਾਂਜੀ। ਦੀਪਨ ਗਮਨ ਹੈ ਲਾਹਾ ਖੋਜੀ। ਦੀਪਾਂ ਤੇ ਜਾਂਦੇ ਹੈ, ਦਵੀਪਾਂ ਤੇ ਜਾਂਦੇ ਹੈ, ਤੇ ਖੋਜੀ ਲੋਕ ਉੱਥੇ ਜਾ ਜਾ ਕੇ ਲਾਹਾ ਲੈਂਦੇ ਹੈ। ਹਾਂਜੀ। ਬਹੁਤ ਦਿਵਸ ਕੇ ਟਿਕ ਸੋ ਰਹੇ। ਤੇ ਮਹਾਰਾਜ ਕਹਿੰਦੇ ਅਸਲ 'ਚ ਉਹ ਅਟਕੇ ਹੋਏ ਹੈ, ਉੱਥੇ ਅਟਕੇ ਹੈ। ਕਿਉਂ? ਉਹਦਾ ਕਾਰਨ ਹੈ ਅਬ ਚਲਾਏ ਬਾਜੂ ਇਹੋ ਲਹੇ। ਹਵਾ ਨਹੀਂ ਚੱਲ ਰਹੀ, ਕਹਿਣ ਲੱਗੇ ਹਵਾ ਨਹੀਂ ਚੱਲ ਰਹੀ, ਜਿਹਦੇ ਕਰਕੇ ਉਹ ਬੜੇ ਚਿਰ ਦੇ ਉੱਥੇ ਅਟਕੇ ਪਏ ਹਨ। ਹਿਤ ਆਹਾਰ ਕੇ ਕਰਹਿ ਕਮਾਈ। ਹੁਣ ਵਾਹਿਗੁਰੂ ਨੇ ਹਵਾ ਚਲਾਈ ਹੈ, ਗੱਜ ਕੇ ਆਖੋ ਵਾਹਿਗੁਰੂ। ਹੁਣ ਜਹਾਜ਼ ਤੁਰਨਗੇ, ਚੱਲਣਗੇ, ਤੇ ਉਹ ਜਿਹੜੇ ਲੋਕ ਉੱਥੇ ਅਟਕੇ ਆ ਉਹਨਾਂ ਦੀ ਜਾਨ ਵੀ ਸੌਖੀ ਹੋਏਗੀ। ਵੇਖ ਲੋ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਸੱਚੇ ਪਾਤਸ਼ਾਹ ਸਾਰਿਆਂ ਦਾ ਭਲਾ ਚਾਹੁੰਦੇ ਤੇ ਪਤਾ ਵੀ ਹੈ। ਹੁਣ ਸਾਨੂੰ ਤੇ ਮੇਰੇ ਲਾਗੇ ਭਾਈ ਸਾਹਿਬ ਬੈਠੇ, ਮੈਂ ਇਹਨਾਂ ਦਾ ਭਲਾ ਸੋਚਾਂਗਾ, ਸਾਹਮਣੇ ਕੈਮਰੇ ਵਾਲਾ ਵੀਰ ਬੈਠਾ, ਅਸੀਂ ਇਹਨਾਂ ਦਾ ਸੋਚ ਲਾਂਗੇ, ਪਰ ਗੁਰੂ ਸਾਹਿਬ ਸਾਰਿਆਂ ਦਾ ਭਲਾ ਸੋਚਦੇ। ਜਿਹੜੇ ਨਹੀਂ ਦਿਸਣਦੇ ਉਹਨਾਂ ਦਾ ਵੀ ਭਲਾ ਸੋਚਦੇ। ਸਾਨੂੰ ਜਿਹੜਾ ਵੇਖ ਰਿਹਾ ਅਸੀਂ ਉਹਦਾ, ਅਸਲ ਵਿੱਚ ਜਿਹੜੇ ਸਾਨੂੰ ਨਹੀਂ ਵੇਖਦੇ ਮਹਾਰਾਜ ਉਹਨਾਂ ਦਾ ਵੀ ਭਲਾ ਕਰਦੇ। ਕਿਉਂ? ਮਹਾਰਾਜ ਨੂੰ ਤਾਂ ਸਾਰੇ ਹੀ ਦਿਸ ਰਹੇ ਹੈ, ਵੇਖ ਰਹੇ ਨਾ ਮਹਾਰਾਜ ਨੂੰ ਉੱਥੇ। ਮਹਾਰਾਜ ਕਹਿਣ ਲੱਗੇ ਉਹ ਹੁਣ ਭੋਜਨ ਦੀ ਖਾਤਰ ਕਮਾਈ ਕਰਨਗੇ। ਹਾਂਜੀ। ਤਿਸ ਮਿਸ ਦੇਤ ਤਿਨਹੋ ਜਗਰਾਈ। ਤੇ ਵਾਹਿਗੁਰੂ ਇਸੇ ਬਹਾਨੇ ਉਹਨਾਂ ਨੂੰ ਰੋਜੀ ਰੋਟੀ ਦਿੰਦਾ ਹੈ। ਇੰਨੀ ਹਨੇਰੀਆਂ ਚੱਲਦੀਆਂ, ਜਿੰਨੀ ਹਨੇਰੀ ਤੇਜ਼ ਚੱਲਦੀ ਓਨੀ ਜਹਾਜ਼ ਛੇਤੀ ਜਾਂਦਾ ਹੈ।
ਕਿਉਂਕਿ ਪਹਿਲਾਂ ਸੰਗਤ ਜੀ ਸਿਆਣਿਆਂ ਨੂੰ ਪਤਾ ਹੈ ਵੱਡਾ ਕੱਪੜਾ ਬੰਨ੍ਹਦੇ ਸਨ, ਉਹ ਹਵਾ ਦੇ ਰੁੱਖ ਨਾਲ ਕੱਪੜੇ ਨੂੰ ਪ੍ਰੈਸ਼ਰ ਵੱਜਦਾ ਸੀ ਤੇ ਸਾਰੇ ਜਹਾਜ਼ ਤੁਰਦੇ ਹੁੰਦੇ ਸੀਗੇ। ਹਾਂਜੀ, ਧਰਤੀ ਜਹਾਂ ਤਾਂਬਰ ਕੀ ਅਹ। ਮਹਾਰਾਜ ਕਹਿੰਦੇ ਜੀਵਾ ਜੀ ਫਿਰ ਕੱਲੀ ਇੰਨੀ ਗੱਲ ਨਹੀਂ ਹੈਗੀ, ਜਿੱਥੇ ਤਾਂਬੇ ਦੀ ਧਰਤੀ ਹੈ, ਗੱਜ ਕੇ ਆਖੋ ਵਾਹਿਗੁਰੂ। ਹੁਣ ਸਾਨੂੰ ਤੇ ਇਸ ਧਰਤੀ ਦਾ ਹੀ ਪਤਾ ਹੈ ਨਾ ਕੱਲਾ, ਪਰ ਮਹਾਰਾਜ ਨੂੰ ਤਾਂ ਸਾਰੀਆਂ ਧਰਤੀਆਂ ਦਾ ਪਤਾ। ਧਰਤੀ ਹੋਰ ਪਰੈ ਹੋਰ ਹੋਰ, ਬੜੀਆਂ ਧਰਤੀਆਂ ਨੇ ਪਰਮੇਸ਼ਰ ਨੇ ਸਾਜੀਆਂ, ਸੋਨੇ ਦੀਆਂ ਵੀ ਸਾਜੀਆਂ, ਪਿੱਤਲ ਦੀਆਂ, ਤਾਂਬੀ ਦੀਆਂ, ਲੋਹੇ ਦੀਆਂ ਵੀ ਸਾਜੀਆਂ ਨੇ। ਇਹ ਧਰਤੀ ਮਿੱਟੀ ਦੀ ਸਾਜੀ ਹੈ। ਮਹਾਰਾਜ ਕਹਿਣ ਲੱਗੇ ਜਿੱਥੇ ਤਾਂਬੇ ਦੀ ਧਰਤੀ ਹੈ ਨਾ, ਹਾਂਜੀ, ਲੱਖੋਂ ਬਿਸਿਅਰ ਤਿਸ ਥਲ ਰਹੈ। ਉੱਥੇ ਲੱਖਾਂ ਸੱਪ ਰਹਿੰਦੇ ਆ, ਲੱਖਾਂ ਸੱਪ। ਹਾਂਜੀ, ਤਿਨ ਹਿਤ ਧੂਲ ਜਾਏ ਤਿਸ ਦੇਸ਼। ਇਥੋਂ ਹਵਾ ਦੇ ਨਾਲ ਮਿੱਟੀ ਉੱਡ ਉੱਡ ਕੇ ਉਸ ਧਰਤੀ ਵੱਲ ਜਾ ਰਹੀ ਹੈ। ਹਾਂਜੀ, ਨਿਜ ਕੁੰਡਲ ਮਹਿ ਲੇਤ ਅਸ਼ੇਸ਼। ਉਹ ਸੱਪ ਜਿਹੜੇ ਆ ਉਸ ਮਿੱਟੀ ਨੂੰ ਆਪਣੀ ਬੁੱਕਲ ਵਿੱਚ ਲਪੇਟ ਲੈਂਦੇ ਆ, ਜਿਹੜੀ ਹੁਣ ਉੱਡ ਉੱਡ ਜਾ ਰਹੀ ਹੈ। ਹਾਂਜੀ, ਤਿਸ ਕੋ ਖਾਏ ਨਿਬਾਹੈ ਕਾਲ। ਗੱਜ ਕੇ ਆਖੋ ਵਾਹਿਗੁਰੂ। ਤੇ ਮਹਾਰਾਜ ਕਹਿੰਦੇ ਸ੍ਰੀ ਵਾਹਿਗੁਰੂ ਜੀ ਨੇ, ਪਰਮੇਸ਼ਰ ਨੇ ਉਹ ਮਿੱਟੀ ਉਹਨਾਂ ਦਾ ਭੋਜਨ ਬਣਾਈ ਹੈ। ਉਹ ਮਿੱਟੀ ਛਕਦੇ ਆ, ਸਾਂਭ ਲੈਣੀ ਹਰ ਇੱਕ ਨੇ, ਉਹ ਮਿੱਟੀ ਛਕਦੇ ਰਹਿਣਾ ਉਹਨਾਂ ਨੇ, ਉਹਨਾਂ ਦਾ ਵੀ ਸਮਾਂ ਲੰਘੀ ਜਾਣਾ। ਹਾਂਜੀ, ਆਪੋ ਆਪਣੀ ਲੇਤ ਸੰਭਾਲ। ਆਪੋ ਆਪਣੀ ਮਿੱਟੀ ਉਹਨਾਂ ਸੱਪਾਂ ਨੇ ਸਾਂਭ ਲੈਣੀ ਹੈ, ਉਹਨਾਂ ਦਾ ਵੀ ਭਲਾ ਹੋ ਜਾਣਾ। ਵੇਖ ਲੋ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਗੱਜ ਕੇ ਆਖੋ ਵਾਹਿਗੁਰੂ। ਉਹ ਵਾਹਿਗੁਰੂ ਜੋ ਕਰ ਰਿਹਾ ਉਹਨੇ ਕਰੀ ਜਾਣਾ ਹੈ। ਸੰਗਤ ਜੀ ਕਰੀ ਜਾਣਾ ਹੈ, ਸਾਨੂੰ ਪਤਾ ਨਹੀਂ ਲੱਗਦਾ। ਹਾਂਜੀ, ਲੱਖੋਂ ਇਹ ਛੁਦਾ ਤੁਰ ਸੇਈ। ਮਹਾਰਾਜ ਕਹਿੰਦੇ ਲੱਖਾਂ ਹੀ ਇਸੇ ਤਰ੍ਹਾਂ ਭੁੱਖ ਦੇ ਨਾਲ ਜਿਹੜੇ ਦੁਖੀ ਹੈ ਨਾ, ਪ੍ਰਭੂ ਪਹੁੰਚਾਏ ਪਾਲ ਹੈ ਤੇਈ। ਸੱਪ ਜਿਹੜੇ ਦੁਖੀ ਨੇ, ਵਾਹਿਗੁਰੂ ਉਹਨਾਂ ਦੀ ਪਾਲਣਾ ਕਰਨ ਵਾਸਤੇ ਹਵਾ ਰਾਹੀਂ ਮਿੱਟੀ ਪਹੁੰਚਾ ਰਿਹਾ ਉੱਥੇ, ਹਵਾ ਰਾਹੀਂ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਵਾ ਰਾਹੀਂ ਵਾਹਿਗੁਰੂ ਮਿੱਟੀ ਪਹੁੰਚਾ ਰਿਹਾ ਉੱਥੇ। ਇਹ ਵਾਹਿਗੁਰੂ ਦੀਆਂ ਗੱਲਾਂ ਵਾਹਿਗੁਰੂ ਜਾਣਦਾ। ਕਰਤੇ ਕੀ ਮਿਤ ਕਰਤਾ ਜਾਣੈ, ਜਾਂ ਫਿਰ ਸਤਿਗੁਰੂ ਜੀ ਜਾਣਦੇ ਆ। ਕਹਿ ਜਾਣੈ ਗੁਰ ਸੂਰਾ। ਹਾਂਜੀ, ਇਸ ਤੇ ਆਦਿਕ ਕਾਜ ਬਿਸਾਲ। ਮਹਾਰਾਜ ਕਹਿਣ ਲੱਗੇ ਫਿਰ ਇੰਨੀ ਗੱਲ ਨਹੀਂ ਹੈ, ਇਸ ਤਰ੍ਹਾਂ ਦੇ ਹੋਰ ਵੱਡੇ ਵੱਡੇ ਜਿਹੜੇ ਕਾਰਜ ਨੇ, ਕਰਹਿ ਪਰਮੇਸ਼ਰ ਬਾਜੂ ਨਾਲ। ਉਹ ਪਰਮੇਸ਼ਰ ਜੀ ਇਸ ਸਮੇਂ ਹਵਾ ਦੇ ਨਾਲ ਕਰ ਰਹੇ ਆ, ਕਰ ਰਹੇ ਆ। ਪਰਮੇਸ਼ਰ ਜੀ ਕਰ ਰਹੇ। ਹੁਣ ਵੀ ਬੜੇ ਕੰਮ ਹੋ ਰਹੇ, ਸਾਨੂੰ ਨਹੀਂ ਪਤਾ, ਅਸੀਂ ਬੈਠੇ ਇੱਥੇ ਸੁਣ ਰਹੇ, ਕਰ ਰਹੇ ਆ। ਬੜੀਆਂ ਥਾਵਾਂ ਤੇ ਬੜਾ ਪਰਮੇਸ਼ਰ ਜੀ ਕਾਰਜ ਕਰ ਰਹੇ ਆ। ਹਾਂਜੀ, ਅਬ ਜੇ ਕਹਿ ਕਰ ਪੌਣ ਮਿਟਾਵੈ। ਮਹਾਰਾਜ ਕਹਿੰਦੇ ਹੁਣ ਅਸੀਂ ਕਹਿ ਕੇ ਪੌਣ ਮਿਟਾ ਦਈਏ, ਹਵਾ ਨੂੰ ਰੁਕਾ ਦਈਏ, ਬਿਗਰਹਿ ਕਾਜ ਛੁਦਤ ਰਹਿ ਜਾਵੈ। ਤੇ ਸਾਰੇ ਕਾਰਜ ਵਿਗੜ ਜਾਣੇ ਆ, ਤੇ ਸੱਪ ਆਦਿਕ ਹੋਰ ਜੋ ਵੀ ਕਾਰਜ ਹੋ ਰਹੇ ਆ ਸਾਰੇ ਭੁੱਖੇ ਰਹਿ ਜਾਣੇ, ਕੰਮ ਰੁਕ ਜਾਣੇ ਆ। ਹਨੇਰੀ ਤੇ ਰੁਕ ਜਾਏਗੀ ਸਤਿਗੁਰੂ ਜੀ ਦੇ ਆਖਿਆਂ, ਪਰ ਕਾਰਜ ਜਿਹੜੇ ਹੋ ਰਹੇ ਆ ਮਹਾਰਾਜ ਕਹਿੰਦੇ ਉਹ ਰੁਕ ਜਾਣੇ ਆ। ਹਾਂਜੀ, ਪ੍ਰਭ ਸਰਬੱਗਯ ਸਫਲ ਕ੍ਰਿਤ ਧਰੈ। ਇਸ ਕਰਕੇ ਭਾਈ ਜੀਵਾ ਜੀ ਜੋ ਪਰਮੇਸ਼ਰ ਜੀ ਕਰਦੇ ਆ ਨਾ, ਉਹ ਸਫਲ ਹੈ, ਉਹਦੇ ਵਿੱਚ ਲਾਭ ਹੀ ਲਾਭ ਹੈ, ਉਹਦੇ 'ਚ ਨੁਕਸਾਨ ਨਹੀਂ ਹੋ ਰਿਹਾ ਕਿਸੇ ਦਾ। ਹਾਂਜੀ, ਕਿਆ ਅਲਭਾਗਯ ਤਰਕ ਨਾ ਕਰੈ। ਪਰਮੇਸ਼ਰ ਸਮਰੱਥ ਹੈ, ਤੇ ਮਨਮੁਖ ਜੀਵ ਭਾਵੇਂ ਕਿੰਨੀਆਂ ਵੀ ਹੁਜਤਾਂ ਕਿਉਂ ਨਾ ਕਰ ਲਵੇ, ਉਹ ਵਾਹਿਗੁਰੂ ਸਦਾ ਭਲਾ ਹੀ ਕਰਦਾ ਜੀ। ਹਾਂਜੀ, ਲੱਖੋਂ ਜੀਵਨ ਕਉ ਸੰਤਾਪ, ਮੇਟਹਿ ਪਾਉਨ ਦੋਸ਼ ਲੈ ਆਪ। ਲੱਖੋਂ ਜੀਵਨ ਕਉ ਸੰਤਾਪ, ਮੇਟਹਿ ਪਉਨ ਦੋਸ਼ ਲੈ ਆਪ। ਮਹਾਰਾਜ ਕਹਿੰਦੇ ਹਵਾ ਰੋਕ ਕੇ ਲੱਖਾਂ ਜੀਵਾਂ ਨੂੰ ਦੁੱਖ ਪਹੁੰਚਾ ਕੇ ਦੋਸ਼ ਅਸੀਂ ਲਈਏ। ਗੱਜ ਕੇ ਆਖੋ ਵਾਹਿਗੁਰੂ। ਭਾਣੇ ਵਿੱਚ ਰਹਿਣਾ, ਭਾਣੇ ਵਿੱਚ। ਹਾਂਜੀ, ਇਹ ਮਨ ਮੁਖ ਕੀ ਰੀਤ ਪਛਾਨੈ। ਇਹ ਮਨਮੁਖ ਦੀ ਰੀਤ ਹੈ।
ਲੱਖਾਂ ਦੀ ਰੋਟੀ ਤੇ ਲੱਤ ਮਾਰ ਕੇ ਆਪਣਾ ਭਲਾ ਸੋਚਣਾ। ਫਿਰ ਕੀ ਮਹਾਰਾਜ ਕਹਿੰਦੇ ਨਹੀਂ ਛਕਾਂਗੇ ਇੱਕ ਸਮੇਂ ਭੋਜਨ, ਨਹੀਂ ਖਿਚੜੀ ਤਿਆਰ ਹੋ ਰਹੀ ਨਹੀਂ ਛਕਾਂਗੇ। ਪਰ ਸਤਿਗੁਰੂ ਕਹਿਣ ਲੱਗੇ ਲੱਖਾਂ ਦਾ ਭੋਜਨ ਨਹੀਂ ਰੋਕਣਾ। ਸੱਪਾਂ ਦਾ ਥੋੜੀ, ਉਹ ਜਿਹੜੇ ਵਿਚਾਰੇ ਰਾਹ ਟਟਕੇ ਆ ਜਹਾਜ਼ਾਂ 'ਚ, ਉਹਨਾਂ ਦਾ ਵੀ ਤਾਂ ਭੋਜਨ ਹੈ ਨਾ। ਮਹਾਰਾਜ ਕਹਿੰਦੇ ਨਹੀਂ ਉਹ ਨਹੀਂ ਰੋਕਣਾ, ਇਹ ਤਾਂ ਮਨਮੁਖਾਂ ਦੀ ਰੀਤ ਹੈ। ਹਾਂਜੀ, ਹੋਵਤ ਮੋਟਾਏ ਕੈ ਤਰਕ ਬਖਾਨੈ। ਮਨਮੁਖ ਕੀ ਕਰਦੇ ਆ? ਉਹ ਪਰਮੇਸ਼ਰ ਦੀ ਇੱਛਾ ਨੂੰ ਮਿਟਾ ਦਿੰਦੇ ਆ। ਤੇ ਜਿਹੜੇ ਮਿਟਾ ਨਹੀਂ ਸਕਦੇ ਸੰਗਤ ਜੀ, ਉਹ ਤਰਕ ਕਰਦੇ ਆ। ਤਰਕ ਕਰਦੇ ਆ ਰੱਬ ਨੇ ਕੀ ਕਰਤਾ, ਵੇਖੋ ਹਨੇਰੀ ਚਲਾਈ ਜਾਂਦਾ, ਵੇਖੋ ਮੀਂਹ ਪਈ ਜਾਂਦਾ। ਆਪਣੇ ਦੇਸ਼ ਵਿੱਚ ਸੰਗਤ ਜੀ ਕਈ ਵਾਰੀ 5-5 6-6 ਦਿਨ ਲਗਾਤਾਰ ਹੀ ਮੀਂਹ ਪਈ ਜਾਂਦਾ। ਤੇ ਕਈ ਲੋਕ ਅਰਦਾਸਾਂ ਵੀ ਕਰਦੇ ਵੀ ਬੰਦ ਹੋ ਜੇ, ਪਰ ਇਹਦੇ ਵਿੱਚ ਵੀ ਭਲਾਈ ਹੈ। ਪਰਮੇਸ਼ਰ ਸਾਰਿਆਂ ਦਾ ਭਲਾ ਚਾਹੁੰਦਾ। ਇਸੇ ਤਰ੍ਹਾਂ ਸਤਿਗੁਰੂ ਵੀ ਤੇ ਸਾਰਿਆਂ ਦਾ ਭਲਾ ਚਾਹੁੰਦੇ ਨਾ। ਸਭਨਾਂ ਦਾ ਭਲਾ ਮਨਾਏਂਦਾ, ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਹਾਂਜੀ, ਜਥਾ ਕਰਹਿ ਪ੍ਰਭ ਪਿਖ ਹਰ ਖੰਤੇ। ਜਿਹੜੇ ਗੁਰਮੁਖ ਨੇ ਉਹ ਜੋ ਵਾਹਿਗੁਰੂ ਕਰਦਾ ਵੇਖ ਵੇਖ ਕੇ ਖੁਸ਼ ਹੁੰਦੇ ਆ, ਪ੍ਰਸੰਨ ਹੁੰਦੇ ਆ। ਨਹਿ ਤਰਕ ਹੈ ਕਹਿ ਕਹਿ ਨਾ ਮਿਟੰਤੇ। ਉਹ ਹੁਜਤਾਂ ਨਹੀਂ ਕਰਦੇ ਤੇ ਕਹਿ ਕੇ ਮਟਾਉਂਦੇ ਵੀ ਨਹੀਂ ਹੈ। ਇੱਕ ਮਹਾਂਪੁਰਖ ਨਾ ਜੀ ਬੜੇ ਦੁਖੀ ਅੰਤਮ ਸਮੇਂ, ਉਹਨਾਂ ਦੇ ਸੇਵਕ ਨੇ ਕਿਹਾ ਤੁਸੀਂ ਲੋਕਾਂ ਨੂੰ ਰਾਜੀ ਕਰਦੇ, ਆਪ ਵੀ ਰਾਜੀ ਹੋ ਜਾਓ। ਉਹ ਕਹਿੰਦੇ ਨਹੀਂ, ਇਹ ਵਾਹਿਗੁਰੂ ਦੇ ਹੁਕਮ ਵਿੱਚ ਦਖਲ ਅੰਦਾਜ਼ੀ ਕਰਨ ਦਾ ਨਤੀਜਾ ਹੈ। ਨਤੀਜਾ ਹੈ, ਵੱਡੀ ਸਾਧਨਾ ਹੈ ਭਾਣੇ ਦੇ ਵਿੱਚ ਰਾਜੀ ਰਹਿਣਾ, ਬੜੀ ਵੱਡੀ ਸਾਧਨਾ ਹੈ। ਹਾਂਜੀ, ਸੋ ਗੁਰਮੁਖ ਸੁਖ ਪ੍ਰਾਪਤ ਹੋਏ। ਜਿਹੜੇ ਭਾਣੇ ਵਿੱਚ ਰਾਜੀ ਰਹਿੰਦੇ ਆ, ਮਹਾਰਾਜ ਕਹਿੰਦੇ ਉਹ ਗੁਰਮੁਖ ਜਿਹੜੇ ਆ ਉਹਨਾਂ ਨੂੰ ਸੁੱਖ ਮਿਲਦਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ, ਫਿਰ ਆਖੋ ਵਾਹਿਗੁਰੂ 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 ਵਾਹਿਗੁਰੂ। ਸੰਕਟ ਸਹਿ ਨਾ ਲੋਕੋ ਦੋਏ। ਸੰਕਟ ਸਹਿ ਨਾ ਲੋਕੋ ਦੋਏ। ਉਹ ਸੰਕਟ ਨਹੀਂ ਸਹਿੰਦੇ ਦੋਵਾਂ ਲੋਕਾਂ 'ਚ ਜਿਹੜੇ ਉਹਦੇ ਹੁਕਮ ਨੂੰ ਮੰਨਦੇ। ਮੈਂ ਹੁਣੇ ਕਿਹਾ ਨਾ ਅੰਤਮ ਸਮੇਂ ਤੰਗ ਸਨ, ਤੰਗ ਹੋਣਾ ਪੈਂਦਾ, ਸੰਕਟ ਹੁੰਦਾ। ਮਹਾਰਾਜ ਕਹਿੰਦੇ ਉਹ ਸੰਕਟ ਨਹੀਂ ਬਰਦਾਸ਼ਤ ਕਰਦੇ ਦੋਵਾਂ ਲੋਕਾਂ ਦੇ ਵਿੱਚ, ਉਹਨਾਂ ਨੂੰ ਆਉਂਦਾ ਹੀ ਨਹੀਂ। ਹਾਂਜੀ, ਤੂੰ ਕਰਬੇ ਚਿਤ ਚਹਿਤ ਆਹਾਰੇ। ਮਹਾਰਾਜ ਕਹਿੰਦੇ ਭਾਈ ਜੀਵਾ ਜੀ ਤੁਸੀਂ ਸਾਡਾ ਭੋਜਨ ਤਿਆਰ ਕਰਨਾ ਚਾਹੁੰਦੇ ਹੋ। ਹਾਂਜੀ, ਘਟੀ ਚਾਰ ਕਰ ਲਿਹੋ ਪਿਛਾਰੇ। ਫਿਰ ਕੀ 4 ਘੜੀਆਂ ਬਾਅਦ ਕਰ ਲਾਂਗੇ ਭੋਜਨ ਤਿਆਰ, ਅਸੀਂ ਨਹੀਂ ਛਕਦੇ। ਹਾਂਜੀ, ਹਟੇ ਨਾ ਜੇ ਪ੍ਰਭਾਤ ਕਰ ਲੀਜੈ। ਤੇ ਜੇ ਮੰਨ ਲਓ ਸਾਰੀ ਰਾਤ ਨਾ ਹਨੇਰੀ ਹਟੀ, ਮਹਾਰਾਜ ਫਿਰ ਕਹਿੰਦੇ ਫਿਰ ਕੀ ਹੈ, ਸਵੇਰੇ ਛਕ ਲਵਾਂਗੇ। ਗੱਜ ਕੇ ਆਖੋ ਵਾਹਿਗੁਰੂ। ਕਿੰਨਾ ਧੀਰਜ ਹੈ, ਕਿੰਨਾ ਧੀਰਜ ਹੈ। ਹਾਂਜੀ, ਤਰਹੋ ਨਾ ਚਿੰਤਾ ਆਨੰਦ ਕੀਜੈ। ਚਿੰਤਾ ਨਾ ਕਰ, ਅਸੀਂ ਆਨੰਦ ਚ, ਤੂੰ ਹੀ ਆਨੰਦ ਚ ਰਹਿ। ਮਹਾਰਾਜ ਕਹਿਣ ਲੱਗੇ। ਹਾਂਜੀ, ਸਤਿਗੁਰ ਹਰ ਪ੍ਰਭ ਜਥਾ ਰਜਾਏ। ਹਾਂਜੀ, ਤਿਸ ਪਰ ਰਾਜੀ ਰਹਿਣ ਸਦਾਏ। ਗੁਰੂ ਸਾਹਿਬ ਦੀ ਤੇ ਪਰਮੇਸ਼ਰ ਦੀ ਰਜਾ ਵਿੱਚ ਸਦਾ ਰਾਜੀ ਰਹਿ, ਉਹਦੀ ਰਜਾ ਚ ਰਾਜੀ ਰਹੋ। ਸਾਧ ਸੰਗਤ ਜੀ ਰਜਾ ਵਿੱਚ ਰਹਿਣਾ ਰਾਜੀ ਸੌਖੀ ਗੱਲ ਨਹੀਂ ਹੈਗੀ। ਮੈਨੂੰ ਮਾਫ ਕਰਿਓ, ਥੋੜਾ ਜਿਹਾ ਜਪ ਤਪ ਹੋਵੇ ਬੰਦਾ ਅਰਦਾਸਾਂ ਸ਼ੁਰੂ ਕਰ ਦਿੰਦਾ ਚ ਕਰਨੀਆਂ, ਤਾਕਤ ਹੋਵੇ ਸਮਰੱਥਾ ਹੋਵੇ, ਫਿਰ ਵੀ ਉਹਦੇ ਭਾਣੇ ਨੂੰ ਖਿੜੇ ਮੱਥੇ ਮੰਨੇ, ਅਰਦਾਸ ਨਾ ਕਰੇ। ਹਾਂ ਇਹ ਆਖੇ ਮਹਾਰਾਜ ਮੈਨੂੰ ਸ਼ਰਨ ਵਿੱਚ ਰੱਖੋ, ਮਹਾਰਾਜ ਮੈਨੂੰ ਆਪਣਾ ਬਣਾ ਕੇ ਰੱਖੋ। ਤੇ ਭਾਣਾ ਮੇਟਣ ਵਾਸਤੇ ਅਰਦਾਸ ਨਾ ਕਰੇ। ਇੱਥੋਂ ਤੱਕ ਜਿਹੜਾ ਗੁਰਮੁਖ ਹੈ ਉਹ ਤੇ ਵੀ ਨਹੀਂ ਕਹਿੰਦਾ ਵੀ ਰੱਬ ਨੇ ਮਾੜਾ ਕੀਤਾ। ਕਿਸੇ ਦੇ ਘਰ ਕੋਈ ਚਾਲਾ ਮਾਰ ਦੇ ਤੇ ਕਈ ਵਾਰੀ ਅਫਸੋਸ ਕਰਨ ਵਾਲੇ ਕਹਿੰਦੇ ਜੀ ਬੜਾ ਹੀ ਮਾੜਾ ਕੀਤਾ ਜੀ, ਕਰੋੜ ਕੇ ਕਹਿੰਦੇ। ਗੁਰਮੁਖ ਨਹੀਂ ਐਸਾ ਬਚਨ ਕਰਦੇ, ਉਹ ਬੜਾ ਤੋਲਿਆ ਮੋਲਿਆ ਬਚਨ ਕਰਦੇ ਆ। ਹਾਂ, ਮੁਖ ਧਰਮ ਸਿੱਖੀ ਕੋਇ ਹੀ। ਸਿੱਖੀ ਦਾ ਫਿਰ ਮੁੱਖ ਧਰਮ ਤਾਂ ਇਹੋ ਹੀ ਹੈ ਨਾ, ਸਿੱਖੀ ਦਾ ਮੁੱਖ ਧਰਮ ਤਾਂ ਇਹੋ ਹੀ ਹੈ। ਹਾਂਜੀ, ਜੋ ਧਾਰਹਿ ਸਿੱਖ ਗੁਰੂ ਸਨੇਹੀ। ਜਿਹੜਾ ਸਿੱਖ ਮਹਾਰਾਜ ਦੀ ਆਗਿਆ ਵਿੱਚ ਰਹਿੰਦਾ ਹੈ,
ਜੋ ਧਾਰ ਹੈ ਸਿੱਖ ਗੁਰੂ ਸਨੇਹੀ। ਜਿਹੜਾ ਸਿੱਖ ਫਿਰ ਪ੍ਰਭੂ ਦੀ ਰਜ਼ਾ ਵਿੱਚ ਸਤਿਗੁਰੂ ਦੀ ਆਗਿਆ ਵਿੱਚ ਰਹਿੰਦਾ, ਫਿਰ ਮਹਾਰਾਜ ਉਹਦੇ ਨਾਲ ਪਿਆਰ ਕਰਦੇ ਆ, ਫਿਰ ਉਹਨੂੰ ਆਤਮਿਕ ਲਾਭ ਹੁੰਦਾ, ਉਹਦੇ ਤੇ ਬਖਸ਼ਿਸ਼ਾਂ ਕਰਦੇ ਆ। ਹਾਂਜੀ, ਜਿਮ ਪਤੀ ਬ੍ਰਤਾ ਇਸਤਰੀ ਲੱਛਣ। ਉਦਾਹਰਣ ਦਿੰਦੇ, ਕਹਿੰਦੇ ਜਿਵੇਂ ਪਤੀਵਰਤਾ ਇਸਤਰੀ ਦੇ ਲੱਛਣ ਹੁੰਦੇ ਆ, ਉਹ ਸਾਧ ਸੰਗਤ ਜੀ ਆਪਣੇ ਪਤੀ ਦਾ ਹੁਕਮ ਮੰਨਦੀ ਹੈ, ਦੂਜੇ ਵੱਲ ਮੁਖ ਨਹੀਂ ਕਰਦੀ। ਹਾਂਜੀ, ਪਤ ਆਗਿਆ ਮਹਿ ਸੁਖੀ ਵਿਚਛਨ। ਉਹ ਆਪਣੇ ਘਰ ਵਾਲੇ ਦੀ ਆਗਿਆ ਦੇ ਵਿੱਚ ਹੀ ਰਾਜੀ ਰਹਿੰਦੀ, ਪਰ ਹੁਣ ਵਾਲੀਆਂ ਪਤਨੀਆਂ ਤੇ ਪਤੀ ਨੂੰ ਆਪਣੀ ਰਜਾ 'ਚ ਰਾਜੀ ਕਰਾਉਂਦੀਆਂ ਨੇ। ਗੱਜ ਕੇ ਆਖੋ ਵਾਹਿਗੁਰੂ। ਉਹ ਕਹਿੰਦੀਆਂ ਤੂੰ ਸਾਡੀ ਆਗਿਆ 'ਚ ਚੱਲ, ਪਰ ਜਿਹੜੀ ਪਤੀ ਵਰਤਾ ਹੈ ਉਹ ਆਪਣੇ ਪਤੀ ਦੀ ਆਗਿਆ 'ਚ ਚੱਲਦੀ ਹੈ। ਹਾਂਜੀ, ਪ੍ਰਭੂ ਆਗਿਆ ਮਹਿ ਤਥਾ ਸਦੀਵਾ। ਜਿਵੇਂ ਘਰ ਵਾਲੀ ਘਰ ਵਾਲੇ ਦਾ ਹੁਕਮ ਮੰਨਦੀ ਹੈ, ਉਵੇਂ ਰੱਬ ਦੇ ਪਿਆਰੇ ਰੱਬ ਦੇ ਹੁਕਮ ਵਿੱਚ ਰਹਿੰਦੇ ਆ। ਹਾਂਜੀ, ਰਹੋ ਰਾਜੀ ਬਨ ਗੁਰਮੁਖ ਜੀਵਾ। ਮਹਾਰਾਜ ਕਹਿੰਦੇ ਜੀਵਾ ਰਹੋ ਰਾਜੀ, ਰਾਜੀ ਰਹੋ, ਪਰ ਗੁਰਮੁਖ ਬਣ। ਮਹਾਰਾਜ ਕਹਿੰਦੇ ਗੁਰਮੁਖ ਬਣ। ਹਾਂਜੀ, ਜਪ ਤਪ ਵਰਤ ਦਾਨ ਫਲ ਸਾਰੇ। ਬੜਾ ਜਪ ਤਪ ਕੀਤਾ ਦੀ, ਤੇ ਜਪ ਤਪ ਕਰਕੇ ਮੀਂਹ ਪਵਾਉਣਾ ਜਾਂ ਅਰਦਾਸ ਕਰਨੀ ਹਟ ਜੇ। ਹਾਂਜੀ, ਕਿਸੇ ਦੇ ਭਲੇ ਨਿਮਿਤ ਜਿਹੜਾ ਉਹ ਤੇ ਪਰਮੇਸ਼ਰ ਹੀ ਸਾਰੀ ਗੱਲ ਜਾਣਦਾ। ਸੰਗਤ ਜੀ ਇਹ ਅਸਚਰਜ ਦੀ ਖੇਡਾਂ ਨੇ। ਜਪ ਕਰਨੇ, ਤਪ ਕਰਨੇ, ਵਰਤ ਕਰਨੇ, ਬੜੇ ਬੜੇ ਵਰਤ ਕਰਨੇ, ਬੜਾ ਬੜਾ ਦਾਨ ਦੇਣਾ ਲੋਕਾਂ ਨੂੰ, ਇਹ ਸਾਰੇ ਕੰਮਾਂ ਦਾ ਜਿੰਨਾ ਫਲ ਹੈ ਇਸ ਤੇ ਪ੍ਰਾਪਤ ਹੋਏ ਸੁਖਾਰੇ। ਉਹ ਸਾਰਾ ਫਲ ਰਜਾ ਵਿੱਚ ਰਾਜੀ ਰਹਿਣ ਨਾਲ ਸੌਖਿਆਂ ਹੀ ਮਿਲ ਜਾਂਦਾ ਹੈ। ਭਾਵ ਜ਼ਿਆਦਾ ਜਪ ਤਪ ਨਾ ਕਰੇ, ਥੋੜਾ ਕਰ ਲੇ, ਪਰ ਰਵੇ ਹੁਕਮ ਵਿੱਚ, ਉਹਦੇ ਹੁਕਮ ਨੂੰ ਮਾੜਾ ਨਾ ਆਖੇ। बुरा नहीं सब भला ही है रे, बुरा नहीं सब भला ही है रे, बुरा नहीं सब भला ही है रे, बुरा नहीं सब भला ही है रे। ਗੁਰਮੁਖਾਂ ਦੀ ਅਵਸਥਾ ਹੈ। ਗੁਰਮੁਖ ਹੋਏ ਸੋ ਭਾਣਾ ਮੰਨੇ, ਭਾਣੇ ਵਿੱਚ ਸੁਖ ਪਾਵਣਿਆ। ਹਾਂਜੀ, ਸਿਮਰਹੁ ਸਤ ਨਾਮ ਕਰ ਪ੍ਰੀਤ। ਇਸ ਕਰਕੇ ਪਿਆਰ ਨਾਲ ਮਹਾਰਾਜ ਕਹਿੰਦੇ ਜੀਵਾ ਜੀ ਪਿਆਰ ਨਾਲ ਵਾਹਿਗੁਰੂ 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 ਸਿਮਰਨ ਕਰੋ। ਹਾਂਜੀ, ਤਿਆਗਹੁ ਤਨ ਹੰਤਾ ਇਮ ਨੀਤ। ਤੇ ਸਰੀਰ ਨੂੰ, ਸਰੀਰ ਦੀ ਹਉਮੈ ਜਿਹੜੀ ਹੈ ਇਹ ਤਿਆਗ ਦਿਓ। ਮਹਾਰਾਜ ਕਹਿਣ ਲੱਗੇ ਨਹੀਂ ਤੇ ਇਹਦੇ ਨਾਲ ਦੇਹੀ ਨੂੰ ਕਸ਼ਟ ਹੁੰਦਾ ਹੈ। ਹਾਂਜੀ, ਬ੍ਰਹਮ ਗਿਆਨ ਤਬ ਪਾਏ ਸੁਖੇਨ। ਮਹਾਰਾਜ ਕਹਿੰਦੇ ਹੁਕਮ ਵਿੱਚ ਰਾਜੀ ਰਹਿਣਾ, ਹਉਮੈ ਛੱਡਣੀ, ਵਾਹਿਗੁਰੂ ਜੀ ਦਾ ਨਾਮ ਜਪਣਾ, ਇੰਨਾ ਬੰਦਾ ਅਭਿਆਸ ਕਰ ਲੇ ਸੌਖਿਆਂ ਹੀ ਬ੍ਰਹਮ ਗਿਆਨੀ ਬਣ ਜਾਂਦਾ ਹੈ। ਗੱਜ ਕੇ ਆਖੋ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਵੇਖੋ ਕਿੱਡਾ ਸੌਖਾ ਕੰਮ ਹੈ, ਪਰ ਇਹ ਬੰਦੇ ਨੂੰ ਔਖਿਆਂ ਲੱਗਦਾ ਜੀ। ਹਾਂਜੀ, ਜਨਮ ਮਰਨ ਪੁਨ ਬਨਹਿ ਕਦੇ ਨਾ। ਮਹਾਰਾਜ ਕਹਿਣ ਲੱਗੇ ਫਿਰ ਜਨਮ ਮਰਨ ਨਹੀਂ ਹੁੰਦਾ, ਫਿਰ ਨਹੀਂ ਇਹਨਾਂ ਚੱਕਰਾਂ ਵਿੱਚ ਬੰਦਾ ਪੈਂਦਾ। ਹਾਂਜੀ, ਸੁਨ ਜੀਵੇ ਤਬ ਬੰਧਨ ਕਰੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਭਾਈ ਜੀਵਾ ਜੀ ਨੇ ਬਚਨ ਸੁਣੇ, ਤੇ ਭਾਈ ਜੀਵਾ ਜੀ ਗੁਰਮੁਖ ਨੇ, ਸ਼ਰਧਾ ਵਾਲੇ ਆ, ਸੇਵਾ ਵਾਲੇ ਆ, ਤੇ ਮਹਾਰਾਜ ਦੇ ਬਚਨ ਉਹਨਾਂ ਦੇ ਹਿਰਦੇ ਵਿੱਚ ਟਿਕ ਗਏ ਜੀ। ਤੇ ਭਾਈ ਜੀਵਾ ਜੀ ਨੇ ਕੀ ਕੀਤਾ ਭਲਾ? ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ, ਨਮਸਕਾਰ ਕੀਤੀ। ਤੁਸੀਂ ਵੀ ਟੇਕੋ, ਨਮਸਕਾਰ ਕਰੋ, ਆਖੋ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਹਾਂਜੀ, ਸਤਿਗੁਰ ਸੀਖ ਭਲੀ ਉਰ ਧਰੀ। ਗੁਰੂ ਸਾਹਿਬ ਦੇ ਬਚਨ ਹਿਰਦੇ 'ਚ ਧਾਰਨ ਕੀਤੇ। ਸਾਡੀ ਗੱਲ ਬਣਦੀ ਕਿਉਂ ਨਹੀਂ? ਕਥਾ ਵੀ ਸੁਣ ਲਈ ਤੇ ਕਰ ਵੀ ਲਈ, ਤੇ ਪਿਆਰ ਨਾਲ ਕਿੱਥੋਂ ਵਾਹਿਗੁਰੂ ਵਾਹਿਗੁਰੂ ਜਪਿਆ ਜਾਣਾ? ਪਿਆਰ ਨਾਲ ਇੰਨੀ ਗੱਲ ਬੰਦਾ ਚੇਤੇ ਕਰ ਲੇ ਵੀ ਜਦੋਂ ਜਪਣਾ ਪਿਆਰ ਨਾਲ, ਵਾਹਿਗੁਰੂ 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 ਵਾਹਿਗੁਰੂ, ਪਰ ਗੱਲ ਹਿਰਦੇ 'ਚ ਧਾਰਨ ਨਹੀਂ ਹੁੰਦੀ। ਸੁਨ ਉਪਦੇਸ਼ ਹਿਰਦੈ ਬਸਾਵਹੁ, ਮਨ ਇੱਛੇ ਨਾਨਕ ਫਲ ਪਾਵਹੁ।
ਭਾਈ ਜੀਵਾ ਜੀ ਨੇ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਭਲੀ ਸਿੱਖਿਆ ਨਾ ਉਹ ਆਪਣੇ ਹਿਰਦੇ ਵਿੱਚ ਧਾਰਨ ਕਰ ਲਏ। ਕੋਇਕ ਦਿਨ ਮਹਿ ਗਿਆਨੀ ਹੋਵਾ। ਵਾਹ 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 ਵਾਹ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਵੇਖ ਲੋ, ਕੋਇਕ ਦਿਨ ਮਹਿ ਗਿਆਨੀ ਹੋਵਾ। ਥੋੜੇ ਦਿਨਾਂ ਨੂੰ ਹੀ ਭਾਈ ਜੀਵਾ ਜੀ ਗਿਆਨਵਾਨ ਹੋ ਗਏ। ਬ੍ਰਹਮ ਗਿਆਨ ਉਹਨਾਂ ਦੇ ਹਿਰਦੇ ਵਿੱਚ ਟਿਕ ਗਿਆ। ਕੀ ਜੀ? ਪਿਆਰ ਨਾਲ ਜਪਿਆ ਨਾਮ, ਹਉਮੈ ਛੱਡੀ ਤੇ ਵਾਹਿਗੁਰੂ ਦੀ ਰਜ਼ਾ ਵਿੱਚ ਰਹੇ ਜੀ। ਹਾਂਜੀ, ਏਕੋ ਰੂਪ ਸਰਬ ਮਹਿ ਜੋਵਾ। ਉਹ ਇੱਕੋ ਰੂਪ ਹੀ ਫਿਰ ਸਾਰਿਆਂ 'ਚ ਵੇਖਿਆ ਜੀ ਉਹਨਾਂ ਨੇ। ਰੱਬ ਹੀ ਵਿਖਿਆ ਜੀ ਉਹਨੂੰ ਸਭਨਾਂ ਵਿੱਚ। ਹਾਂਜੀ, ਜੀਵਤ ਰਹਿਓ ਕਰੀ ਗੁਰ ਸੇਵਾ। ਜਿੰਦਿਆਂ ਜੀ ਜਿੰਨਾ ਚਿਰ ਤੱਕ ਤੇ ਭਾਈ ਜੀਵਾ ਜੀ ਸਾਧ ਸੰਗਤ ਜੀ ਜੀਵਤ ਰਹੇ, ਬ੍ਰਹਮ ਗਿਆਨੀ ਹੋ ਕੇ ਵੀ ਭਾਈ ਜੀਵਾ ਜੀ ਨੇ ਸਤਿਗੁਰਾਂ ਦੀ ਸੇਵਾ ਨਹੀਂ ਛੱਡੀ ਜੀ। ਜਿੰਦਿਆਂ ਦੀ ਸੇਵਾ ਕਰਦੇ ਰਹੇ ਜੀ। ਹਾਂਜੀ, ਤਨ ਤਜ ਲੈ ਹੋਏ ਬ੍ਰਹਮ ਅਭੇਵਾ। ਜਿੰਦਿਆਂ ਜੀ ਭਾਈ ਜੀਵਾ ਜੀ ਨੇ ਕੀਤੀ ਸੇਵਾ ਤੇ ਜਦੋਂ ਸਰੀਰ ਛੱਡਿਆ ਉਦੋਂ ਰੱਬ ਦੇ ਵਿੱਚ ਭੇਦ ਹੋ ਗਏ ਜੀ। ਵੇਖ ਲੋ, ਮਹਾਰਾਜ ਨੇ ਮਿਹਰ ਦ੍ਰਿਸ਼ਟੀ ਕੀਤੀ, ਭਲਾ ਹੀ ਕਰਤਾ, ਬੇੜਾ ਹੀ ਬੰਨੇ ਲਾ ਦਿੱਤਾ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ। ਹਾਂਜੀ, ਗੁਜਰ ਨਾਮ ਸੋ ਜਾਤ ਲੋਹਾਰ। ਹੁਣ ਅੱਗੋਂ ਸਾਧ ਸੰਗਤ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਕੋਲ ਇੱਕ ਲੋਹਾਰ ਜਾਤ ਦਾ ਸਿੱਖ ਆਇਆ ਜੀ। ਹਾਂਜੀ, ਉਹਦਾ ਨਾਮ ਕੀ ਹੈ? ਭਾਈ ਗੁੱਜਰ ਜੀ। ਹਾਂਜੀ, ਚੱਲ ਆਏ ਹੋ ਗੁਰ ਕੇ ਦਰਬਾਰ। ਭਾਈ ਗੁੱਜਰ ਜੀ ਬੜੀ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਬਾਰ ਵਿੱਚ ਆਏ। ਬੰਧਨ ਕਰ ਬੈਠਿਓ ਗੁਰ ਪਾਸ। ਵੇਖੋ, ਵੱਡੇ ਭਾਗ ਪ੍ਰਤੱਖ ਗੁਰੂ ਅੰਗਦ ਦੇਵ ਮਹਾਰਾਜ ਬੈਠੇ ਨਾ। ਮੱਥਾ ਟੇਕਿਆ ਭਾਈ ਗੁੱਜਰ ਜੀ, ਮੱਥਾ ਟੇਕ ਕੇ ਮਹਾਰਾਜ ਦੇ ਕੋਲ ਬੈਠ ਗਏ ਸਾਹਮਣੇ ਸੰਗਤ ਵਿੱਚ। ਹਾਂ, ਦਰਸ਼ਨ ਦੇਖ ਕਰੀ ਅਰਦਾਸ। ਸੋਹਣੇ ਦਰਸ਼ਨ ਕੀਤੇ ਤੇ ਫਿਰ ਅਰਦਾਸ ਕੀਤੀ ਜੀ। ਹਾਂਜੀ, ਸੁਨਹੁ ਗੁਰੂ ਜੀ ਹੇਤ ਆਹਾਰ। ਹੇ ਸੱਚੇ ਪਾਤਸ਼ਾਹ, 2 ਟਾਈਮ ਦਾ ਪ੍ਰਸ਼ਾਦਾ ਛਕਣ ਵਾਸਤੇ। ਹਾਂਜੀ, ਦਿਨ ਸਗਰੇ ਹਮ ਠਾਨ ਹੈ ਕਾਰ। ਮਹਾਰਾਜ ਅਸੀਂ ਹਰ ਸਮੇਂ ਕੰਮ ਕਰਦੇ, ਸਾਰਾ ਦਿਨ ਕਮਾਈ ਕਰਦੇ। ਸੰਗਤ ਜੀ ਗੱਲ ਤੇ ਸੱਚੀ ਹੈ। ਵੇਖੋ, ਅਸੀਂ ਮਿਹਨਤਾਂ ਕਰਦੇ ਹਾਂ, ਜੌਬ ਕਰਦੇ ਹਾਂ, ਦਿਹਾੜੀ ਕਰਦੇ ਹਾਂ, ਦੁਕਾਨ ਕਰਦੇ ਹਾਂ, ਖੇਤੀ ਕਰਦੇ ਹਾਂ। ਹੈ ਤੇ 2 ਟਾਈਮ ਦੀ ਰੋਟੀ ਵਾਸਤੇ, ਸਾਰੀ ਦਿਹਾੜੀ ਬੰਦਾ ਖੱਪਦਾ ਨਾ ਜੀ। ਕਹਿੰਦੇ ਮਹਾਰਾਜ ਸਾਰੀ ਦਿਹਾੜੀ ਕੰਮ 'ਚ ਲੱਗਾ ਰਹਿਣਾ ਹੈ। ਹਾਂਜੀ, ਫਸੇ ਗ੍ਰਹਸਥ ਪਾਏ ਨਾ ਅਵਕਾਸ਼। ਮਹਾਰਾਜ ਫਿਰ ਗ੍ਰਸਤੀ ਆ ਤੇ ਗ੍ਰਸਤ 'ਚ ਐਸੇ ਫਸੇ ਆ, ਮਹਾਰਾਜ ਟਾਈਮ ਹੀ ਨਹੀਂ ਮਿਲਦਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਅੱਜ ਦੀ ਭਾਸ਼ਾ 'ਚ ਕਹਿ ਰਹੇ ਆ ਟਾਈਮ ਨਹੀਂ ਮਿਲਦਾ। ਉਹਨਾਂ ਤੇ ਕਿਹਾ ਮਹਾਰਾਜ ਵੇਲ ਨਹੀਂ ਮਿਲਦਾ, ਮੌਕਾ ਨਹੀਂ ਮਿਲਦਾ। ਹਾਂਜੀ, ਸੇਵਾ ਕਰਹਿ ਰਹੇ ਤੁਮ ਪਾਸ। ਸੇਵਾ ਕਰਹਿ ਰਹੇ ਤੁਮ ਪਾਸ, ਬਿੰਦੀਆਂ ਲਾ ਕੇ। ਮਹਾਰਾਜ ਤਾਂ ਕਿ ਸੇਵਾ ਕਰਿਆ ਕਰੀਏ ਆ ਕੇ ਤੇ ਤੁਹਾਡੇ ਕੋਲ ਰਿਹਾ ਕਰੀਏ ਆ ਕੇ, ਪਰ ਮਹਾਰਾਜ ਟਾਈਮ ਹੀ ਨਹੀਂ ਮਿਲਦਾ। ਹੁਣ ਅੱਜ ਬੜਿਆਂ ਦਾ ਇਹ ਖੇਡ ਹੈ, ਬੜਿਆਂ ਦੀ ਇਹੋ ਹੀ ਹੈ ਵੀ ਟਾਈਮ ਨਹੀਂ ਮਿਲਦਾ। ਹਾਂਜੀ, ਹਮਰੋ ਪੀ ਕਿਮ ਹੋਏ ਕਲਿਆਣ। ਸੱਚੇ ਵੀ ਆ ਉਹ। ਭਾਈ ਗੁੱਜਰ ਜੀ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਨੂੰ, ਮਹਾਰਾਜ ਫਿਰ ਸਾਡਾ ਵੀ ਭਲਾ ਹੋ ਸਕਦਾ ਹੈ। ਹਾਂਜੀ, ਜਨਮ ਮਰਨ ਕਾ ਬੰਧਨ ਹਾਨ। ਤਾਂ ਕਿ ਮਹਾਰਾਜ ਸਾਡਾ ਵੀ ਜਨਮ ਮਰਨ ਦਾ ਬੰਧਨ ਨਾਸ ਹੋਵੇ। ਮਹਾਰਾਜ ਇਹ ਸਾਡਾ ਵੀ ਹੋ ਸਕਦਾ ਹੈ, ਅਸੀਂ ਵੀ ਜਨਮ ਮਰਨ ਤੋਂ ਛੁੱਟ ਸਕਦੇ ਹਾਂ। ਮਹਾਰਾਜ ਸਾਡਾ ਵੀ ਭਲਾ ਹੋ ਸਕਦਾ ਹੈ। ਹਾਂਜੀ, ਸੁਨ ਸਤਿਗੁਰ ਕੀਨਸ ਉਪਦੇਸ਼। ਤੇ ਗੱਜ ਕੇ ਆਖੋ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ, ਬਚਨ ਕੀਤਾ, ਇੱਕ ਚਿਤ ਜਪੁ ਜੀ ਪਠੋ ਹਮੇਸ਼। ਮਹਾਰਾਜ ਕਹਿੰਦੇ ਫਿਰ ਇੱਕ ਕੰਮ ਕਰਿਆ ਕਰ ਕਿ ਇੱਕ ਚਿਤ ਹੋ ਕੇ ਜਪਜੀ ਸਾਹਿਬ ਦਾ ਪਾਠ ਕਰਿਆ ਕਰ। ਹਾਂਜੀ, ਜੀਤਕ ਵਾਰ ਪਠਿਓ ਨਿਤ ਜਾਏ। ਹਾਂਜੀ, ਪਠਤ ਰਹੋ ਦੀਰਘ ਫਲ ਪਾਏ। ਮਹਾਰਾਜ ਕਹਿੰਦੇ ਜਿੰਨੀ ਵਾਰੀ ਪੜਿਆ ਜਾਵੇ ਉਨੀ ਵਾਰੀ ਪੜ, ਫਲ ਮਿਲੇਗਾ ਤੈਨੂੰ। ਜਨਮ ਮਰਨ ਕੱਟਣ ਵਾਸਤੇ ਫਲ ਮਿਲੇਗਾ। ਪਰ ਇੱਕ ਗੱਲ ਤੁਸੀਂ ਧਿਆਨ ਨਾਲ ਸੁਣੀ ਕਿ ਨਹੀਂ ਸੁਣੀ? ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇੱਕ ਚਿਤ ਜਪ ਜੀ ਪਰਹੋ
ਹਮੇਸ਼ ਇੱਕ ਚਿੱਤ ਜਪਜੀ ਸਾਹਿਬ ਦਾ ਪਾਠ ਕਰਨਾ ਜੀ। ਚਿੱਤ ਭੰਗ ਨਾ ਹੋਵੇ ਜੀ, ਧਿਆਨ ਇੱਧਰ ਉੱਧਰ ਨਾ ਹੋਵੇ, ਧਿਆਨ ਸਤਿਗੁਰੂ ਦੀ ਬਾਣੀ ਵਿੱਚ ਹੋਵੇ। ਤੇ ਇੱਕ ਗੁਰਮੁਖ ਉਹਨਾਂ ਦਾ ਬਚਨ ਕਹਿੰਦੇ 18 ਵਾਰ ਕੋਈ ਮੂਲ ਮੰਤਰ ਕਰੇ ਪਰ ਸੁਰਤ ਨਾ ਵਿੱਚੋਂ ਨਿਕਲੇ, ਹਰ ਰੋਜ਼ ਇੰਨਾ ਹੀ ਜਪ ਲੈ ਅਧਿਆਤਮਕ ਲਾਭ ਹੋ ਜਾਏਗਾ। ਮੈਂ ਸੁਣ ਕੇ ਲੱਗ ਪਿਆ ਜੀ, ਮੈਂ ਕਿਹਾ ਆਪਾਂ ਕਰਕੇ ਵੇਖੀਏ। ਪਰ ਬੜੀ ਸ਼ਰਮ ਆਈ ਆਪਣੇ ਉੱਤੇ ਜਦੋਂ 18 ਵਾਰ ਵੀ ਮੂਲ ਮੰਤਰ ਸਾਧ ਸੰਗਤ ਜੀ ਇਕਾਗਰਤਾ ਦੇ ਨਾਲ ਨਾ ਹੋਇਆ। ਗਿਣਤੀ ਵਜਾਉਣ ਨੂੰ ਤੇ ਲੱਖਾਂ ਹੀ ਹੋ ਜਾਂਦੇ ਆ, ਪਰ ਸੁਰਤ ਨੂੰ ਇਕਾਗਰ ਕਰਕੇ 18 ਵਾਰ ਜਪਣਾ। ਉਹ ਕਹਿਣ ਲੱਗੇ ਜਿੱਥੇ ਵੀ ਤੁਹਾਨੂੰ ਪਤਾ ਲੱਗਦਾ ਵੀ ਮੇਰੇ ਕੋਲੋਂ ਫਿਰ ਧਿਆਨ ਇੱਧਰ ਉੱਧਰ ਹੋ ਗਿਆ, ਪਾਠ ਮੂਲ ਮੰਤਰ ਸੰਪੂਰਨ ਕਰਕੇ ਮੁੜ ਮੂਲ ਮੰਤਰ ਸ਼ੁਰੂ ਕਰੋ। ਜਦੋਂ ਵਿੱਚ ਪੂਰਾ ਧਿਆਨ ਰਹੇ ਫਿਰ ਮੰਨੋ ਵੀ ਫਿਰ ਇੱਕ ਮੰਨਣਾ, ਫਿਰ ਦੂਜੀ ਵਾਰੀ ਪੜ੍ਹਿਆ ਧਿਆਨ ਨਿਕਲ ਗਿਆ, ਉਹਨੂੰ ਦੁਬਾਰਾ ਰਿਪੀਟ ਕਰੋ, ਫਿਰ ਧਿਆਨ ਨਿਕਲ ਗਿਆ, ਫਿਰ ਦੁਬਾਰਾ ਰਿਪੀਟ ਕਰੋ, ਫਿਰ ਪੂਰਾ ਧਿਆਨ ਰਹੇ, ਫਿਰ 2 ਗਿਣਨਾ। ਤੇ ਸੰਗਤ ਜੀ ਉਹ ਇੱਕ ਚਿੱਤ ਹੋਣਾ ਬੜੀ ਵੱਡੀ ਗੱਲ ਹੈ। ਇਹ ਮਨ ਹਰ ਦੀ ਧਿਆਏ ਤੂੰ, ਇੱਕ ਮਨ ਇੱਕ ਚਿੱਤ। ਭਾਏ ਪੜ੍ਹਿਆ ਹੀ ਸੀ, ਜਿੱਦਣ ਇੱਕ ਚਿੱਤ ਕਰਨ ਦਾ ਜੀ ਕੀਤਾ ਉਦਣ ਪਤਾ ਲੱਗਾ ਚਿੱਤ ਨੂੰ ਇੱਕ ਕਰਨਾ ਬਹੁਤ ਔਖਾ ਹੈ। ਮਹਾਰਾਜ ਕਹਿੰਦੇ ਇੱਕ ਚਿੱਤ ਹੋ ਕੇ ਸਦਾ ਹੀ ਜਪਜੀ ਸਾਹਿਬ ਦਾ ਪਾਠ ਕਰ, ਸਦਾ ਜਪਜੀ ਸਾਹਿਬ ਦਾ ਪਾਠ ਕਰ। ਫਿਰ ਜਿੰਨੀ ਵਾਰੀ ਹੋ ਜਾਵੇ ਉਹਦਾ ਕਾਰਨ ਵੀ ਇੱਕ ਚਿੱਤ ਹੋ ਕੇ ਇੱਕ ਵਾਰੀ ਹੋ ਗਿਆ ਤੇ ਬੰਦਾ ਕਵੇ ਵੀ ਬੜਾ ਨਹੀਂ। ਮਹਾਰਾਜ ਕਹਿੰਦੇ ਜਿਤਕ ਵਾਰ ਪੜ੍ਹੋ ਲਿਤ ਲਾਏ, ਚਿੱਤ ਲਾਏ। ਜਿੰਨੀ ਵਾਰੀ ਪੜ੍ਹੇ, ਮਹਾਰਾਜ ਕਹਿੰਦੇ ਰੋਜ਼ ਪੜ੍ਹਨਾ, ਜਿੰਨੀ ਵਾਰੀ ਪੜ੍ਹ ਹੋ ਸਕੇ ਪੜ੍ਹਿਆ ਕਰ। ਹਾਂਜੀ, ਭਿਖੋ ਗਰੀਬ ਕਾਜ ਕਰ ਦੀਜੈ। ਹੁਣ ਪਾਠ ਤੇ ਕਰੇ ਇੱਕ ਚਿੱਤ ਹੋ ਕੇ ਤੇ ਦੂਜਿਆਂ ਨੂੰ ਮਾਰੇ ਦਬਕੇ, ਇੰਝ ਨਹੀਂ। ਮਹਾਰਾਜ ਕਹਿੰਦੇ ਗਰੀਬ ਨੂੰ ਵੇਖ ਕੇ ਇੱਕ ਕੰਮ ਕਰਨਾ। ਹਾਂਜੀ, ਨਹਿ ਤਿਸ ਨਿਕਟ ਮਜੂਰੀ ਲੀਜੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਕੰਮ ਉਵੇਂ ਹੀ ਕਰ ਦੇਣਾ। ਗਰੀਬ ਕੋਲੋਂ ਕੰਮ ਦੀ ਮਜ਼ਦੂਰੀ ਨਹੀਂ ਲੈਣੀ, ਪੈਸੇ ਨਹੀਂ ਲੈਣੇ, ਕੋਸ਼ਿਸ਼ ਕਰਨੀ ਦੇਣੇ ਆ। ਤੇ ਕਈ ਸੰਗਤ ਜੀ ਧਾਰਮਿਕ ਤੇ ਬੜੇ ਬਣੇ ਫਿਰਦੇ ਆ, ਪਰ ਰਾਗੀ ਸਿੰਘ ਹੀ ਹੋਣ ਭਾਵੇਂ ਜੱਥਾ ਹੀ ਹੋਵੇ, ਉਹ ਇੱਕ ਦੂਜਿਆਂ ਨੂੰ ਪੈਸੇ ਹੀ ਨਾ ਦੇਵੇ। ਆ ਸਾਡੇ ਕੋਲ ਆਇਆ ਇੱਕ ਕਹਿਣ ਲੱਗੇ ਪੈਸੇ ਹੀ ਨਹੀਂ ਦਿੰਦੇ। ਨਹੀਂ, ਫਿਰ ਗਰੀਬ ਨੂੰ ਮਾਇਆ ਦੋ, ਉਹਦਾ ਹੱਕ ਨਾ ਮਾਰੋ। ਨਹੀਂ ਤੇ ਅੱਧਾ ਘੰਟਾ ਖਲੋ ਕੇ ਸਤਿਗੁਰੂ ਅੱਗੇ ਅਰਦਾਸ ਕਰਦੇ ਵੀ ਵੇਖੇ, ਪਰ ਦੂਜਿਆਂ ਦਾ ਹੱਕ ਮਾਰਦੇ ਬਣਿਆ ਕੁਝ ਨਹੀਂ, ਉੱਥੇ ਤੁਰੇ ਫਿਰਦੇ ਚ। ਮਹਾਰਾਜ ਕਹਿੰਦੇ ਗਰੀਬ ਦਾ ਹੱਕ ਨਾ ਮਾਰੋ, ਉਹਨੂੰ ਮਾਇਆ ਦਿਓ, ਉਹਦੇ ਤੋਂ ਸਗੋਂ ਮਜ਼ਦੂਰੀ ਨਾ ਲਵੋ। ਹਾਂਜੀ, ਜਪੁ ਜੀ ਅਰਥ ਵਿਚਾਰ ਨ ਕਰੋ। ਫਿਰ ਜਪਜੀ ਸਾਹਿਬ ਦੇ ਅਰਥਾਂ ਦੇ ਵਿਚਾਰ ਕਰੋ। ਇਹ ਤੇ ਕੰਮ ਕਰਦੇ ਆ ਵੀ ਸੰਗਤ ਜੀ ਹੋ ਜਾਂਦਾ ਜੀ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਉਹ ਵਾਹਿਗੁਰੂ ਥਾਪਿਆ ਨਹੀਂ ਜਾਂਦਾ। ਇਹ ਤੇ ਸੰਗਤ ਜੀ ਕੀ ਕੰਮ ਕਰਦਿਆਂ ਵੀ ਹੋ ਜਾਂਦਾ। ਮਹਾਰਾਜ ਕਹਿੰਦੇ ਇਹਦੇ ਅਰਥਾਂ ਦੀ ਵਿਚਾਰ ਕਰੋ। ਸਵਾਸ ਸਵਾਸ ਅੰਤਰ ਨਿਤ ਧਰੋ। ਤੇ ਆਪਣੇ ਅੰਦਰ ਧਰਨ ਦਾ ਯਤਨ ਕਰੋ ਵੀ ਜਪਜੀ ਸਾਹਿਬ ਮਨ 'ਚ ਵਸੇ, ਜਪਜੀ ਸਾਹਿਬ ਦੀ ਬਾਣੀ। ਹੁਣ ਮੈਨੂੰ ਮਾਫ ਕਰਿਓ, ਸਿੱਖੀ ਵਿੱਚ ਜੀਵਨ ਗੁਜ਼ਾਰਦਿਆਂ ਕਈਆਂ ਨੂੰ 90 ਸਾਲ ਹੋ ਗਏ, ਪਰ ਜਪਜੀ ਸਾਹਿਬ ਅੰਦਰ ਨਹੀਂ ਵੜਿਆ। ਮੂੰਹ ਤੋਂ ਹੀ ਬਾਹਰ ਨਿਕਲ ਜਾਂਦਾ ਜੀ, ਮੂੰਹ ਤੋਂ ਹੀ ਉੱਤੋਂ ਜੀ, ਅੰਦਰ ਨਹੀਂ ਗਿਆ ਜੀ ਅਜੇ ਤੱਕ। ਹਾਂਜੀ, ਗੁਰੂ ਨਮਿਤ ਕਰਹੁ ਜੁਤ ਪ੍ਰੀਤ। ਮਹਾਰਾਜ ਕਹਿੰਦੇ ਫਿਰ ਜਦੋਂ ਕਿਤੇ ਸਮਾਂ ਮਿਲ ਜੇ, ਜਦੋਂ ਸਮਾਂ ਮਿਲ ਜੇ ਤੇ ਗੁਰੂ ਨਮਿਤ ਕਰਹੁ ਜੁਤ ਪ੍ਰੀਤ। ਫਿਰ ਅੱਗੇ ਪੜੋ, ਦਇਆ ਕਰਹੁ ਦੀਨਨ ਪਰ ਨੀਤ। ਤੇ ਮਹਾਰਾਜ ਕਹਿਣ ਲੱਗੇ ਗੁਰੂ ਵਿੱਚ ਪ੍ਰੀਤ ਰੱਖ ਕੇ ਗੁਰੂ ਨਮਿਤੀ ਕਰ ਦਿਓ ਵੀ ਮੇਰੇ ਗੁਰੂ ਨੇ ਆਖਿਆ ਦੀਨਾਂ ਤੇ ਦਇਆ ਕਰੋ, ਗਰੀਬਾਂ ਤੇ ਦਇਆ ਕਰੋ, ਹੱਕ ਨਾ ਮਾਰੋ, ਪੈਸੇ ਨਾ ਮਾਰੋ। ਇੱਕ ਗੱਲ ਚੇਤਾ ਰੱਖਿਓ, ਹੱਕ ਮਾਰਨ ਵਾਲਾ, ਪੈਸੇ ਮਾਰਨ ਵਾਲਾ ਬੰਦਾ ਕਦੀ ਵੀ ਆਤਮਾ ਦਾ ਲਾਭ ਨਹੀਂ ਲੈ ਸਕਦਾ, ਸਿਮਰਨ ਵਿੱਚ ਤਰੱਕੀ ਨਹੀਂ ਹੋ ਸਕਦੀ। ਹੱਕ ਮਾਰ ਰਿਹਾ। ਹਾਂਜੀ, ਜੋ ਆਪਣੀ ਕਛ ਕਰਹੁ ਕਮਾਈ
ਗੁਰ ਹਿਤ ਦੇਹੋ ਦਸਵੰਦ ਬਨਾਈ। ਸਾਰੀ ਦਿਹਾੜੀ ਕੰਮ ਕਰਦਾ, ਮਹਾਰਾਜ ਕਹਿੰਦੇ ਭਲਾ ਕੀ ਨਾਮ ਹੈ ਸਿੱਖ ਦਾ? ਭਾਈ ਗੁੱਜਰ ਜੀ। ਮਹਾਰਾਜ ਕਹਿੰਦੇ ਭਾਈ ਗੁੱਜਰ, ਸਾਰੀ ਦਿਹਾੜੀ ਜਿਹੜੀ ਕਮਾਈ ਕਰਦਾ, ਗੁਰੂ ਦੇ ਨਿਮਿਤ 10ਵਾਂ ਹਿੱਸਾ ਕੱਢਿਆ ਕਰ, 10ਵਾਂ ਹਿੱਸਾ ਕੱਢਿਆ ਕਰ। ਹਾਂਜੀ, ਸਾਧਕ ਸਿੱਖ ਐ ਜੋ ਡੇਰੇ। ਫੇਰ ਕੀ ਕਰਨਾ? ਕੋਈ ਸਾਧਨਾ ਕਰਨ ਵਾਲਾ ਸਿੱਖ ਆਵੇ, ਕੋਈ ਗੁਰਮੁਖ ਆਵੇ ਤੁਹਾਡੇ ਘਰ ਵਿੱਚ, ਹਾਂਜੀ, ਕਰਹੋ ਸੇਵ ਧਰ ਪ੍ਰੇਮ ਕਨੇਰੇ। ਤੇ ਉਹਨਾਂ ਦੀ ਸੇਵਾ ਕਰਨੀ ਪਿਆਰ ਨਾਲ, ਜਲ ਪਾਣੀ ਛਕਾਉਣਾ। ਰਹਿਤਨਾਮਿਆਂ ਦੇ ਬਚਨ ਹੈ, ਸਿੱਖ ਦੇ ਘਰ ਸਿੱਖ ਜਾਵੇ ਤੇ ਸੁੱਚੇ ਮੂੰਹ ਵਾਪਸ ਆਵੇ। ਦੋਵੇਂ ਸਿੱਖ ਤਨਖਾਹੀਏ ਨੇ, ਦੋਵੇਂ। ਉਹਦੀ ਗਲਤੀ ਕੀ? ਉਹਨੇ ਉਹਨੂੰ ਜਲ ਪਾਣੀ ਨਹੀਂ ਛਕਾਇਆ। ਉਹਦੀ ਗਲਤੀ ਕੀ? ਜੇ ਉਹ ਪ੍ਰੇਮ ਨਾਲ ਛਕਾ ਰਿਹਾ ਤਾਂ ਉਹਨੇ ਛਕਿਆ ਨਹੀਂ। ਕਹੀ ਨਾ ਜੀ ਨਾ, ਅਸੀਂ ਨਹੀਂ ਛਕਦੇ। ਮਹਾਰਾਜ ਕਹਿੰਦੇ ਭਾਵੇਂ ਜਲ ਹੀ ਛਕ ਲਓ, ਪਰ ਇਹਦੇ ਤੋਂ ਬਚੋ। ਕਈ ਹਉਮੈ ਵਿੱਚ ਨਹੀਂ ਛਕਦੇ। ਸੋ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਸਿੱਖ ਆਵੇ ਉਹਦੀ ਬੜੇ ਪ੍ਰੇਮ ਨਾਲ ਸੇਵਾ ਕਰਿਆ ਕਰੋ। ਸੁਨ ਉਪਦੇਸ਼ ਹਿਰਦੇ ਤਨ ਤਿਨ ਧਾਰਾ। ਤੇ ਭਾਈ ਗੁੱਜਰ ਜੀ ਨੇ ਗੱਲ ਸੁਣ ਕੇ ਸੁੱਟਤੀ? ਨਹੀਂ, ਭਾਈ ਗੁੱਜਰ ਜੀ ਨੇ ਸੰਗਤ ਜੀ ਉਹ ਬਚਨ ਹਿਰਦੇ ਵਿੱਚ ਧਾਰਨ ਕਰ ਲਿਆ। ਜਿਮ ਗੁਰ ਕਹਿਓ ਕਰਹਿ ਤਿਮ ਕਾਰਾ। ਜਿਵੇਂ ਮਹਾਰਾਜ ਨੇ ਕਿਹਾ ਉਵੇਂ ਹੁਣ ਭਾਈ ਗੁੱਜਰ ਜੀ ਕਰਨ ਲੱਗ ਪਏ। ਜਪਜੀ ਸਾਹਿਬ ਦਾ ਪਾਠ ਇੱਕ ਚਿੱਤ ਹੋ ਕੇ ਕਰਨ ਲੱਗ ਪਏ, ਵੱਧ ਕਰਨ ਲੱਗ ਪਏ। ਪਾਠ ਕੰਮ ਕਰਦੇ ਆ, ਅਰਥ ਵਿਚਾਰਨ ਲੱਗ ਪਏ, ਗਰੀਬ ਦੀ ਮਦਦ ਕਰਨ ਲੱਗ ਪਏ। ਹਾਂਜੀ, ਗ੍ਰਹਸਤੀ ਭਗਤ ਹੋਤੇ ਤਿਸ ਗ੍ਰਾਮ। ਤੋਹਮਤ ਦੇ ਕਰ ਤਿਨ ਕੇ ਨਾਮ। ਹਾਂਜੀ, ਗਹਿ ਕਰ ਪਾਇਨ ਪਾਏ ਸੋ ਬੇਰੀ। ਕਾਰਾ ਗ੍ਰਹਿ ਮਹਿ ਦੀਨਸ ਗੇਰੀ। ਗੱਜ ਕੇ ਆਖੋ ਵਾਹਿਗੁਰੂ। ਤਾਂ ਉਸ ਪਿੰਡ ਵਿੱਚ ਸਾਧ ਸੰਗਤ ਜੀ ਭਗਤ ਗ੍ਰਸਤੀ ਰਹਿੰਦੇ ਸਨ। ਹਾਂਜੀ, ਗ੍ਰਸਤੀ ਭਗਤ ਹੁਤੇ ਤਿਸ ਗ੍ਰਾਮ। ਭਗਤ ਗ੍ਰਸਤੀ ਰਹਿੰਦੇ ਸਨ ਤੇ ਤੋਹਮਤ ਦੇ ਕਰ ਤਿਨ ਕੇ ਨਾਮ। ਰਾਜੇ ਨੇ ਉਹਨਾਂ ਦੇ ਨਾਮ ਇੱਕ ਤੋਹਮਤ ਲਾ ਦਿੱਤੀ, ਦੋਸ਼ ਲਾਤਾ। ਗਹਿ ਕਰ ਪਾਇਨ ਪਾਏ ਸੋ ਬੇਰੀ। ਤੇ ਫਿਰ ਉਹਨਾਂ ਭਗਤਾਂ ਦੇ ਹੱਥਾਂ ਪੈਰਾਂ ਵਿੱਚ ਬੇੜੀਆਂ ਪਾ ਦਿੱਤੀਆਂ, ਕੈਦਖਾਨੇ ਵਿੱਚ ਸੁੱਟ ਦਿੱਤਾ। ਕਿਤਕ ਦਿਵਸ ਹੋਏ ਪ੍ਰਭੂ ਸਹਾਏ। ਕਈ ਦਿਨ ਹੋ ਗਏ ਉਹਨਾਂ ਨੂੰ ਇਸ ਤਰ੍ਹਾਂ। ਪਰਮੇਸ਼ਰ ਨੇ ਫਿਰ ਉਹਨਾਂ ਤੇ ਮਿਹਰ ਕੀਤੀ ਜੀ, ਉਹਨਾਂ ਸਾਧੂਆਂ ਤੇ। ਹਾਂਜੀ, ਕਿਸ ਬਿਦ ਤੇ ਦੀਨੇ ਨਿਕਸਾਏ। ਤੇ ਉਹ ਕੈਦਖਾਨੇ ਚੋਂ ਨਿਕਲ ਆਏ ਜੀ ਉਹ ਸਾਧੂ। ਹਾਂਜੀ, ਅਰਧ ਰਾਤ ਮਹਿ ਸੋ ਚੱਲ ਆਏ। ਅੱਧੀ ਰਾਤ ਉਹ ਚੱਲ ਕੇ ਆਏ ਜੀ ਸਾਧੂ ਲੋਕ। ਹਾਂਜੀ, ਸ਼੍ਰਿੰਖਲ ਤਿਨ ਕੇ ਪਾਇਨ ਪਾਏ। ਪੈਰਾਂ ਵਿੱਚ ਸੰਗਲ ਸਨ ਉਹਨਾਂ ਦੇ। ਹਾਂਜੀ, ਗੁਜਰ ਨਾਮ ਲੋਹਾਰ ਆਵਾਸ। ਉਹਨਾਂ ਨੂੰ ਪਤਾ ਸੀ ਵੀ ਭਾਈ ਗੁੱਜਰ ਲੋਹਾਰ ਹੈ, ਲੋਹੇ ਦਾ ਕੰਮ ਕਰਦਾ, ਲੋਹਾ ਕੁੱਟਦਾ। ਹਾਂਜੀ, ਉਹਦੇ ਘਰ ਚਲੇ ਗਏ। ਆਏ ਕਹਿਓ ਤਿਨ ਇਸਕੇ ਪਾਸ। ਉਹ ਆਏ ਤੇ ਭਾਈ ਗੁੱਜਰ ਜੀ ਨੂੰ ਕਹਿਣ ਲੱਗੇ, ਪ੍ਰਭ ਨਮਿਤ ਦੇਹੋ ਬੰਧਨ ਕਾਟ। ਸਾਧੂ ਕਹਿਣ ਲੱਗੇ, ਭਾਈ ਗੁੱਜਰ ਰੱਬ ਦੇ ਵਾਸਤੇ ਆ ਸਾਡੀਆਂ ਜੰਜੀਰਾਂ ਬੰਧਨ ਕੱਟ ਦੇ ਸਾਡੇ। ਹਾਂਜੀ, ਤੁਝ ਕੋ ਹੋਏ ਨਾ ਜਮ ਕੀ ਬਾਟ। ਉਹਨਾਂ ਸਾਧੂਆਂ ਨੇ ਕਿਹਾ, ਕਹਿਣ ਲੱਗੇ ਸਾਡੇ ਤੇ ਝੂਠਾ ਇਲਜ਼ਾਮ ਲਾਇਆ, ਹੁਣ ਆਪਾਂ ਛੋਟਾਂਏ ਕਿਸੇ ਤਰੀਕੇ ਨਾਲ। ਤੂੰ ਸਾਡੀਆਂ ਜੰਜੀਰਾਂ ਬੰਧਨ ਕੱਟ ਦੇ, ਰੱਬ ਤੇਰੇ ਕੱਟ ਦੇਗਾ, ਤੇਰੀ ਜਮਾਂ ਦੀ ਫਾਈ ਕੱਟੀ ਜਾਏਗੀ। ਹਾਂਜੀ, ਸੁਨ ਕਰ ਸੁਖ ਚਿਓ ਹਿਰਦੇ ਬਿਸਾਲਾ। ਗੁੱਜਰ ਭਾਈ ਗੁੱਜਰ ਜੀ ਉਹਨਾਂ ਦੀ ਗੱਲ ਸੁਣ ਕੇ ਪਹਿਲਾਂ ਤੇ ਡਰ ਗਏ ਜੀ। ਹਾਂਜੀ, ਜੇ ਮੁਝ ਜਾਨ ਲੇਹ ਮਹਿ ਪਾਲਾ। ਜੇ ਰਾਜੇ ਨੂੰ ਪਤਾ ਲੱਗ ਗਿਆ ਵੀ ਗੁੱਜਰ ਭਾਈ ਨੇ ਕੱਟੀਆਂ ਜੰਜੀਰਾਂ, ਹਾਂਜੀ, ਗਹਿ ਲਹਿ ਸਗਰੋ ਪਰਵਾਰ। ਉਹ ਮੇਰਾ ਪਰਿਵਾਰ ਨਾ ਫੜ ਲੈ। ਹਾਂਜੀ, ਜ਼ਾਲਮ ਬਡੋ ਕਰਵਾਹੇ ਮਾਰਾ। ਤੇ ਉਹ ਬੜਾ ਜ਼ਾਲਮ ਹੈ ਰਾਜਾ, ਤੇ ਮੈਨੂੰ ਮਾਰ ਹੀ ਨਾ ਦਵੇ। ਹਾਂਜੀ, ਤਰਾਸ ਪਾਏ ਕਰ ਬਹੁਰ ਵਿਚਾਰਾ। ਪਰਿਵਾਰ ਵੀ ਨਾ ਮਾਰੇ, ਤੇ ਪਰਿਵਾਰ ਵੀ ਮਰ ਗਿਆ, ਮੈਂ ਵੀ ਮਰ ਗਿਆ। ਉਹ ਡਰ ਗਿਆ ਜੀ, ਭਾਈ ਗੁੱਜਰ ਜੀ ਡਰ ਗਏ। ਫਿਰ ਵਿਚਾਰ ਕੀਤੀ ਜੀ ਦੁਬਾਰਾ। ਹਾਂਜੀ, ਗੁਰ ਮੁਝ ਪ੍ਰਤ ਉਪਦੇਸ਼ ਉਚਾਰਾ। ਵੀ ਮੈਨੂੰ ਗੁਰੂ ਸਾਹਿਬ ਨੇ ਕੀ ਕਿਹਾ ਸੀ? ਗੱਜ ਕੇ ਆਖੋ ਵਾਹਿਗੁਰੂ। ਕੰਮ ਤੇ ਇੱਥੇ ਸੌਰਨਾ,
ਵੀ ਮੈਨੂੰ ਗੁਰੂ ਸਾਹਿਬ ਨੇ ਕੀ ਕਿਹਾ ਸੀ ਪ੍ਰਭ ਨਮਿਤ ਕਾਰਜ ਕਰ ਦੀਜੈ। ਵੀ ਰੱਬ ਵਾਸਤੇ ਗੁਰੂ ਨਿਮਿਤ ਕੰਮ ਕਰ ਦੇਣਾ ਜੀ। ਹਾਂਜੀ, ਨਹੀਂ ਬਿਲੰਬ ਕਿਸੀ ਵਿਦ ਕੀਜੈ। ਉਸ ਕੰਮ ਨੂੰ ਕਰਨ ਚ ਦੇਰ ਨਹੀਂ ਲਾਉਣੀ। ਹਾਂਜੀ ਸੋ ਨਹਿ ਛੋਡੋਂ ਹੋਏ ਸੋ ਹੋਏ। ਹਾਂਜੀ, ਸੰਤ ਕਹੇ ਲੋਕਨ ਸੁਖ ਦੋਏ। ਤੇ ਫਿਰ ਹੁਣ ਮੈਂ ਉਹ ਗੱਲ ਛੱਡਦੇ ਆ ਗੁਰੂ ਸਾਹਿਬ ਦੇ ਬਚਨ ਦੀ ਉਲੰਘਣਾ ਕਰਾਂ ਤੇ ਹੁਣ ਭਾਵੇਂ ਜੋ ਮਰਜ਼ੀ ਹੋ ਜਾਏ ਜੰਜੀਰਾਂ ਤੇ ਕੱਟਾਂਗਾ ਹੀ ਕੱਟਾਂਗਾ। ਵੇਖ ਲਓ ਜਿਨ੍ਹਾਂ ਨੇ ਬਚਨ ਹਿਰਦੇ 'ਚ ਧਾਰਨ ਕੀਤੇ ਐ। ਏਮ ਵਿਚਾਰ ਕਰ ਬਿਲਮ ਨਾ ਕੀਨ। ਇਹ ਫਿਰ ਵਿਚਾਰ ਕਰਕੇ ਤੇ ਉਹਨੇ ਚਿਰ ਨਾ ਲਾਇਆ। ਉਠ ਤਤਕਾਲ ਕਾਟ ਕਰ ਦੀਨ। ਅੱਧੀ ਰਾਤ ਦਾ ਸਮਾਂ ਭਾਈ ਗੁੱਜਰ ਜੀ ਉੱਠੇ ਤੇ ਉਹਨਾਂ ਨੇ ਲਿਆ ਸੰਦ ਤੇ ਜੰਜੀਰਾਂ ਕੱਟ ਦਿੱਤੀਆਂ ਜੀ, ਕੱਟ ਦਿੱਤੀਆਂ। ਹਾਂਜੀ, ਆਸ਼ਿਕ ਦੇਤ ਗਏ ਨਿਜ ਦੇਸ਼। ਉਹ ਭਗਤ ਆਸ਼ੀਰਵਾਦ ਦੇ ਕੇ ਆਪਣੇ ਸਥਾਨਾਂ ਤੇ ਚਲੇ ਗਏ, ਆਸੇ ਪਾਸੇ ਚਲੇ ਗਏ। ਹਾਂਜੀ, ਉਪਜਿਓ ਇਸਕੇ ਗਿਆਨ ਵਿਸ਼ੇਸ਼। ਜਦੋਂ ਉਹ ਆਪਣੇ ਦੇਸ਼ ਵਿੱਚ ਚਲੇ ਗਏ ਤੇ ਸਾਧ ਸੰਗਤ ਉਹ ਆਸ਼ੀਰਵਾਦ ਦੇ ਕੇ ਗਏ ਸਨ ਤੇ ਉਹਨਾਂ ਦੇ ਆਸ਼ੀਰਵਾਦ ਦੇ ਪ੍ਰਤਾਪ ਨਾਲ ਪੁੰਨ ਵਧੇ ਤੇ ਭਾਈ ਗੁੱਜਰ ਜੀ ਵੀ ਬ੍ਰਹਮ ਗਿਆਨੀ ਬਣ ਗਏ। ਗੱਜ ਕੇ ਆਖੋ ਵਾਹਿਗੁਰੂ। ਸਭ ਤੋਂ ਔਖਾ ਕੰਮ ਹੈ, ਸਭ ਤੋਂ ਔਖਾ ਕੰਮ। ਭਾਈ ਗੁੱਜਰ ਜੀ ਨੂੰ ਵੀ ਬ੍ਰਹਮ ਗਿਆਨ ਦੀ ਦਾਤ ਮਿਲ ਗਈ ਜੀ। ਤੇ ਹੋਇਆ ਕਿਵੇਂ ਜੀ? ਇਹ ਹੋਇਆ ਗੁਰੂ ਸਾਹਿਬ ਦੇ ਬਚਨਾਂ ਉੱਤੇ ਚੱਲ ਕੇ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ਾਂ ਕਰਨ, ਮਿਹਰਾਂ ਕਰਨ ਤੇ ਮਹਾਰਾਜ ਦੇ ਬਚਨਾਂ ਤੇ ਚੱਲੀਏ, ਮਹਾਰਾਜ ਦੇ ਬਚਨ ਕਮਾਈਏ। ਵੇਖਿਓ ਭਲਾ ਕਿਵੇਂ ਹੁੰਦਾ। ਪਿਆਰ ਨਾਲ ਗੱਜ ਕੇ ਕਹੋ, ਜਪੋ ਨਾਮ, ਖਿਮਾ ਮੰਗੀਏ। ਵਾਹਿਗੁਰੂ 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 ਵਾਹਿਗੁਰੂ। ਸਤਿਗੁਰੂ ਜੀ ਦੇ ਬਚਨ ਤੇ ਕੋਈ ਚੱਲ ਕੇ ਵੇਖੇ। ਬਚਨ ਸਾਧ ਸੁਖ ਪੰਥਾ ਲਹੰਥਾ ਬੜ ਕਰਮਣ ਹੈ। ਚੱਲ ਕੇ ਵੇਖੇ, ਮਹਾਰਾਜ ਕਿਰਪਾ ਕਰਦੇ, ਬਖਸ਼ਿਸ਼ਾਂ ਕਰਦੇ, ਬੰਧਨ ਕੱਟੇ ਜਾਂਦੇ ਆ। ਇਹ ਸਾਧੂਆਂ ਨੇ ਤੇ ਬਚਨ ਛੱਡਤਾ ਸੀ, ਪਰ ਭਾਈ ਗੁੱਜਰ ਨੇ ਨਹੀਂ ਮੰਨਣਾ ਜੀ। ਫਿਰ ਕਿਸਮਤ ਜਾਗੀ, ਗੁਰੂ ਸਾਹਿਬ ਦਾ ਬਚਨ ਚੇਤੇ ਆ ਗਿਆ। ਇਸ ਕਰਕੇ ਕਥਾ ਸੁਣਦੇ ਰਹੋ। ਕੋਈ ਪਤਾ ਨਹੀਂ ਹੈ ਕਿਹੜੇ ਵੇਲੇ ਸਤਿਗੁਰੂ ਦਾ ਬਚਨ ਚੇਤੇ ਆ ਜਾਣਾ। ਉਸ ਬਚਨ ਨੂੰ ਮੰਨ ਕੇ ਸਾਧ ਸੰਗਤ ਜੀ ਸਾਡਾ ਪਤਾ ਨਹੀਂ ਕਿੰਨਾ ਜ਼ਿਆਦਾ ਭਲਾ ਹੋ ਜਾਣਾ। ਸੁਣਦੇ ਰਹੋ, ਸੁਣਦੇ ਰਹੋ, ਸਤਿਗੁਰਾਂ ਦੀਆਂ ਬਖਸ਼ਿਸ਼ਾਂ ਲੈਂਦੇ ਰਹੋ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਮਿਹਰਾਂ ਕਰਨ, ਕਿਰਪਾ ਕਰਨ, ਬਖਸ਼ਿਸ਼ਾਂ ਕਰਨ, ਸਾਡੇ ਸਿਰਾਂ ਤੇ ਮਿਹਰਾਂ ਭਰਿਆ ਹੱਥ ਰੱਖਣ। ਇਹ ਕਥਾ ਵਿਚਾਰ ਸਾਡੇ ਜੀਵਨ ਦਾ ਅੰਗ ਬਣੇ। ਅੱਗੋਂ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਕਿਵੇਂ ਕਿਵੇਂ ਗੁਰਸਿੱਖਾਂ ਦਾ, ਸਿੱਖ ਸੰਗਤਾਂ ਦਾ ਭਲਾ ਕਰਦੇ ਆ। ਸੰਗਤ ਜੀ ਉਹ ਪ੍ਰਸੰਗ ਆਪਾਂ ਅਗਲੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ। ਇਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਕਥਾ ਬਹੁਤ ਘੱਟ ਸੰਗਤਾਂ ਸੁਣਦੀਆਂ। ਸਾਰੇ ਸੁਣੋ। ਵੇਖੋ ਕਿੰਨੇ ਕਿੰਨੇ ਕੀਮਤੀ ਬਚਨ ਨੇ, ਅਮੋਲਕ ਬਚਨ ਨੇ, ਹੀਰੇ ਆ, ਮੋਤੀ ਹੈ। ਇਹਨਾਂ ਨੂੰ ਆਪਾਂ ਚੁਗ ਕੇ ਜੀਵਨ 'ਚ ਧਾਰਨ ਕਰੀਏ। ਇਹ ਗੁਰੂ ਸਾਹਿਬ ਸਾਡੇ ਤੇ ਮਿਹਰ ਕਰਦੇ ਆ, ਕਿਰਪਾ ਕਰਦੇ ਆ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।